आओ जी सारे सब तो पहला फतेह दी सांझ पाइए जी। आखो वाहिगुरु जी का खालसा वाहिगुरु जी की फतेह। बहुत भागां वाले हो जो सारे घर बैठे गुरबाणी ਦੀਆਂ ਸਾਂਝ ਦੀ ਪ੍ਰਾਪਤ ਕਰ ਰਹੇ ਹੋ। शुरू करते हैं जी अज का सुचज्जी शख्सियत कैंप। सब तो पहला जाप की सेवा लैणगे जी 13228 EPP नंबर तरनजीत कौर रोपड़ तो। आओ जी इन्हां दी गुरबाणी नूं सरवण करते हुए गुरु घर दीयां खुशियां प्राप्त करिए जी। वाहिगुरु जी का खालसा वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहेगुरु जी का खालसा वाहेगुरु जी की फतेह। धन्यवाद जी बहुत वधिया जी। वाहिगुरु सब ते मेहर भरिया हथ रखन। वाहिगुरु अपना नाम आप जपा लैन। हुण कीर्तन की सेवा करनगे जी 11441 किरणजीत कौर अमृतसर तो। वाहिगुरु जी का खालसा वाहिगुरु जी की फतेह।
मेरी पूंजी नाम मेरे आया नाम मेरे पूंजी नाओ मेरी माया नाओ मेरी पूंजी तुम्हें छूट जानो नहीं तुझी भगवान मेरे हमारे को नाम भगवान मेरे हमारे को नाम नाओ मेरे मन में बनाओ मेरे भाई नाम मेरे नाम मेरे भाई नाओ मेरे मन में बनाओ मेरे भाई नाओ मेरे संग अंत को सफाई भगवान मेरे हमारे को नाम भगवान मेरे हमारे को नाम आया मैं जिस आया आया मैं जिस कबीर होता भगवान मेरे हमारे को नाम भगवान मेरे हमारे को नाम ना मानो ਵਧੀਆ ਆਨੰਦ ਵਾਹਿਗੁਰੂ ਨਾਮ ਬਾਣੀ ਦੀ ਦਾਤ ਐਸੀ ਬਖਸ਼ਿਸ਼ ਸਭ ਨੂੰ ਕਰਨ। ਧੰਨਵਾਦ ਭੈਣ ਜੀ। ਅੱਗੇ ਵਧਦੇ ਹਾਂ ਜੀ ਅੱਜ ਦੇ ਮੁੱਖ ਸੈਸ਼ਨ ਵੱਲ। ਕੱਲ ਸਾਂਝਾ ਖਾਲਸਾ ਸਾਜਨਾ ਦਿਵਸ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਖਾਲਸਾ मेरो रूप है खास खालसे मैं हूँ करो निवास खालसा मेरो मुख है अंगा खालसे को हो सद सद संगा। ਅੱਜ ਦਾ ਸਾਡਾ ਮੁੱਖ ਸੈਸ਼ਨ ਹੈ ਜੀ ਖਾਲਸਾ ਸਾਜਨਾ ਦਿਵਸ। ਆਪ ਸਭ ਨਾਲ ਭਾਈ ਲਖਵਿੰਦਰ ਸਿੰਘ ਜੀ ਆਪ ਜੀ ਸਭ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਸੋ ਸਭ ਨੇ ਉਹਨਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਨਾ ਹੈ। ਆਓ ਜੀ ਉਹਨਾਂ ਦੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਸਭ ਤੋਂ ਉਹਨਾਂ ਨੂੰ ਪਹਿਲਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਅਸੀਸ ਦਾ ਸਦਕਾ ਸਮੁੱਚੀ ਕਾਇਨਾਤ ਦੇ ਅੰਦਰ ਖਾਲਸਾ ਪ੍ਰਗਟ ਦਿਵਸ ਜੋ ਹੈ ਬੜੇ ਹੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਜਿੱਥੇ ਸਮੁੱਚੇ ਹੀ ਵੀਰ ਜੀ ਦੀ ਨਵੀਂ ਟੀਮ ਦੇ ਵੱਲੋਂ ਤੇ ਬਹੁਤ ਹੀ ਸੋਹਣਾ ਸੁਚੱਜਾ ਸਾਧਨ ਜੋ ਹੈ ਜੋ ਅਪਣਾਇਆ ਗਿਆ ਹੈ, ਕਿਉਂਕਿ ਅੱਜ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜਿੱਥੇ ਕੋਈ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉਹ ਆਨਲਾਈਨ ਜ਼ੂਮ ਐਪ ਦੇ ਦੁਆਰਾ
ਆਪੋ ਆਪਣੇ ਟਿਕਾਣੇ, ਆਪੋ ਆਪਣੇ ਘਰ ਵਿੱਚ ਹੀ ਬੈਠ ਕਰਕੇ ਸਤਿਗੁਰਾਂ ਦੇ ਪਾਵਨ ਇਸ ਪਰ ਉਪਕਾਰ ਦੇ ਅਵਸਰ ਨੂੰ ਸੈਲੀਬ੍ਰੇਟ ਕਰ ਸਕਦਾ ਹੈ, ਮਨਾ ਸਕਦਾ ਹੈ। ਸੋ ਆਓ ਸਤਿਗੁਰਾਂ ਦੇ ਪਾਵਨ ਇਸ ਮਹਾਨ ਪਰ ਉਪਕਾਰ ਭਰੇ ਕਾਰਜ ਤੋਂ ਜਾਣੂ ਹੋਣਾ ਕਰੀਏ। ਸੋ ਆਪ ਜੀ ਦੇ ਵੱਲੋਂ ਜੋ ਵਿਸ਼ਾ ਦਿੱਤਾ ਗਿਆ ਹੈ ਉਹ ਹੈ ਖਾਲਸਾ ਦਿਵਸ ਜੀ ਦੇ ਬਾਰੇ, ਭਾਵ ਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਵੱਲੋਂ ਸਮੁੱਚੀ ਹੀ ਕਾਇਨਾਤ ਦੇ ਉੱਪਰ, ਸਿੱਖਾਂ ਦੇ ਉੱਪਰ ਇਹ ਬਹੁਤ ਵੱਡਾ ਪਰ ਉਪਕਾਰ ਕੀਤਾ ਗਿਆ ਹੈ। ਕਿਉਂਕਿ ਸਤਿਗੁਰੂ ਦਾ ਸਿੱਖ ਧਰਮ, ਜੇਕਰ ਆਪਾਂ ਪਹਿਲਾਂ ਇਸ ਵਿਸਾਖ ਸ਼ਬਦ ਦੇ ਬਾਰੇ ਥੋੜਾ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇਹ ਵਿਸਾਖ ਸ਼ਬਦ ਕਿੱਥੋਂ ਆਇਆ ਹੈ, ਇਸ ਦੀ ਜੜ ਕੀ ਹੈ, ਇਸ ਦੀ ਵਿਉਂਤਪਤੀ ਜਾਂ ਨਿਰੁਕਤ ਬਾਰੇ ਜਾਣਨਾ ਕਰੀਏ ਤਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਅਨੁਸਾਰ ਵਿਸਾਖ ਸ਼ਬਦ ਦਾ ਅਰਥ ਹੈ ਬਿਨਾਂ ਸ਼ਾਖਾਵਾਂ ਤੋਂ। ਸ਼ਾਖਾਵਾਂ ਤੋਂ ਭਾਵ ਹੈ ਬਿਨਾਂ ਟਹਿਣੀਆਂ ਤੋਂ। ਜੇਕਰ ਅਸੀਂ ਵਿਸਾਖ ਸ਼ਬਦ ਦਾ ਹੋਰ ਅਰਥ ਰੱਖਦੇ ਹਾਂ ਤਾਂ ਵਿਸਾਖ ਸ਼ਬਦ ਦਾ ਅਰਥ ਮੰਗਤਾ ਹੈ, ਤੇ ਵਿਸਾਖ ਸ਼ਬਦ ਦਾ ਅਰਥ ਆਸਰਾ ਵੀ ਹੈ। ਇਸੇ ਲਈ ਆਮ ਹੀ ਜਦੋਂ ਅਸੀਂ ਕਿਸੇ ਹੈਂਡੀਕੈਪਟ ਇਨਸਾਨ ਨੂੰ ਤੱਕਦੇ ਹਾਂ ਤਾਂ ਉਸ ਦੀ ਵਰਤੋਂ ਵਿੱਚ ਆਉਣ ਵਾਲੀਆਂ ਪੌੜੀਆਂ ਨੂੰ ਵਿਸਾਖੀ ਕਿਹਾ ਜਾਂਦਾ ਹੈ ਹਿੰਦੀ ਭਾਸ਼ਾ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਇਸ ਵਿਸਾਖ ਸ਼ਬਦ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ, ਵਿਸਾਖੀ ਦੇ ਬਾਰੇ ਸਮਝਾਂਗੇ ਕਿ ਗੁਰੂ ਸਾਹਿਬਾਨ ਜੀਆਂ ਨੇ ਸਿੱਖ ਧਰਮ ਨੂੰ ਵਿਸਾਖੀ ਦਾ ਨਵਾਂ ਰੂਪ ਦਿੱਤਾ ਹੈ। ਇਵੇਂ ਵੀ ਕਹਿ ਸਕਦੇ ਹਾਂ ਕਿ ਇਸੇ ਹੀ ਦਿਨ, ਇਸੇ ਹੀ ਮਹੀਨੇ ਸਿੱਖ ਧਰਮ ਦਾ ਜਨਮ ਹੋਇਆ। ਸੋ ਜਿਵੇਂ ਅਸੀਂ ਪੁਰਾਤਨ ਸਮੇਂ ਦੇ ਅਨੁਸਾਰ ਦੇਖਣਾ ਕਰੀਏ ਤਾਂ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਲੋਕਾਂ ਨੇ ਆਮ ਦੁਨੀਆ ਨੂੰ, ਆਮ ਸਮੁੱਚੀ ਕਾਇਨਾਤ ਨੂੰ ਭਰਮਾਂ ਦੇ ਵਿੱਚ ਪਾਉਣ ਦੇ ਲਈ, ਵਹਿਮਾਂ ਭਰਮ ਦਾ ਮੁਤਾਲਿਆ ਲੋਕਾਂ ਦੇ ਵਿੱਚ ਵਧਾਉਣ ਦੇ ਲਈ ਜੋ ਜੋਤਿਸ਼ ਵਿਦਿਆ ਹੈ ਉਹ ਸ਼ੁਰੂ ਕੀਤੀ ਹੈ। ਤੇ ਜੋਤਿਸ਼ ਵਿਦਿਆ ਦਾ ਜੋ ਸ਼ੁਰੂ ਦੇ ਵਿੱਚ ਹੀ ਵਿਗਿਆਨ ਤਾਰਾਂ ਦੇ ਨਾਲ ਸੰਬੰਧ ਜੁੜ ਚੁੱਕਿਆ ਸੀ, ਇਸੇ ਹੀ ਸੰਬੰਧ ਦੇ ਵਿੱਚ ਜਦੋਂ ਅਸੀਂ ਇਸ ਸ਼ਬਦ ਦੇ ਵੱਲ ਝਾਤ ਮਾਰਦੇ ਹਾਂ ਤਾਂ ਤਾਰਾ ਵਿਗਿਆਨ ਦੇ ਅਨੁਸਾਰ ਗੁਰੂ ਪਿਆਰੇ 27 ਨਛੱਤਰ ਮੰਨੇ ਗਏ ਨੇ। ਇਹਨਾਂ 27 ਨਛੱਤਰਾਂ ਦੇ ਵਿੱਚੋਂ 16ਵਾਂ ਨਛੱਤਰ ਜੋ ਹੈ ਉਹ ਵਿਸਾਖਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸੋ ਭਾਰਤੀ ਮਿਥਿਹਾਸ ਦੇ ਵਿੱਚ ਇਹ ਮਨੌਤ ਮੰਨੀ ਗਈ ਹੈ ਕਿ ਜਿਸ ਦਿਨ, ਭਾਵ ਕਿ ਵਿਸਾਖੀ ਹਿੰਦੂ ਮਤ ਦੇ ਅਨੁਸਾਰ ਜਦੋਂ ਆਰੰਭ ਹੋਈ ਤਾਂ ਇਸ ਦਿਨ ਦੇ ਅੰਦਰ ਵਿਆਸ ਰਿਸ਼ੀ ਜੀ ਨੇ ਬ੍ਰਹਮਾ ਜੀ ਦੇ ਵੱਲੋਂ ਰਚੇ ਹੋਏ 4 ਵੇਦਾਂ ਦਾ ਪਾਠ ਕਰਕੇ ਭੋਗ ਪਾਇਆ। ਤੇ ਨਾਲ ਹੀ ਇਹ ਵੀ ਇਸ ਮਿਥੋਲੋਜੀ ਦੇ ਅਨੁਸਾਰ ਸੁਣਨ ਪੜ੍ਹਨ ਵਿੱਚ ਆਉਂਦਾ ਹੈ ਕਿ ਰਾਜੇ ਜਨਕ ਨੇ ਇਸ ਦਿਨ ਦੇ ਵਿੱਚ ਬਹੁਤ ਵੱਡਾ ਯੱਗ ਕੀਤਾ ਤੇ ਰਾਜੇ ਜਨਕ ਦਾ ਜੋ ਗੁਰੂ ਹੈ ਅਸ਼ਟਾਵਕਰ, ਉਸ ਨੇ ਇਸ ਨੂੰ ਬਹੁਤ ਸਨਮਾਨਨਾ ਕੀਤਾ ਹੈ। ਤੇ ਹਿੰਦੂ ਲੋਕ ਇਸ ਦਿਨ ਆਮ ਤੌਰ ਤੇ ਤੀਰਥਾਂ ਦੇ ਵਿੱਚ ਜਾ ਕਰਕੇ ਇਸ਼ਨਾਨ ਆਦਿਕ ਕਰਕੇ ਵਰਤ ਰੱਖਦੇ ਸਨ। ਤੇ ਜੇ ਅਸੀਂ ਪੰਜਾਬੀ ਸੱਭਿਆਚਾਰ ਤੋਂ ਵੇਖੀਏ ਤਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਵਿਸਾਖ ਮੌਸਮੀ ਤਿਉਹਾਰ ਹੈ। ਇਸ ਦਿਨ ਕਣਕ ਨੂੰ ਦਾਤੀ ਪਾਉਣ ਦਾ ਸ਼ਗਨ ਮੰਨਿਆ ਗਿਆ ਹੈ। ਜੇ ਅਸੀਂ ਇਸੇ ਤਰ੍ਹਾਂ ਹੋਰ ਇਤਿਹਾਸ ਦੇ ਵਿੱਚ ਪਿਛੋਕੜ ਸਰੋਤਾਂ ਦੇ ਵਿੱਚ ਝਾਤ ਮਾਰਨਾ ਕਰੀਏ ਤਾਂ ਜਲੰਧਰ ਜ਼ਿਲ੍ਹੇ ਦੇ ਭਾਵ ਕਿ ਦੁਆਬੇ ਦੇ ਵਿੱਚ ਵਿਸਾਖੀ ਵਾਲੇ ਦਿਨ ਵਸੋਬਾ ਨਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਸਿੱਖ ਧਰਮ ਤੋਂ ਪਹਿਲਾਂ ਹਿੰਦੂ ਧਰਮ ਦੇ ਵਿੱਚ ਵਿਸਾਖੀ ਬਹੁਤ ਹੀ ਵਹਿਮਾਂ ਭਰਮਾਂ ਦੇ ਨਾਲ ਭਰੀ ਹੋਈ ਸੀ, ਜੁੜ ਕਰਕੇ ਹੀ ਮਨਾਈ ਜਾਂਦੀ ਸੀ। ਸੋ ਲੋਕ ਇਸ ਦਿਨ ਦਰਿਆਵਾਂ ਦੇ ਵਿੱਚ, ਨਾਲਿਆਂ ਦੇ ਵਿੱਚ ਆਦਿਕ ਥਾਵਾਂ ਤੇ ਜਾ ਕਰਕੇ ਇਸ਼ਨਾਨ ਆਦਿਕ ਕਰਿਆ ਕਰਦੇ ਸਨ। ਸੋ ਸਮੁੱਚੀ ਹੀ ਕਾਇਨਾਤ ਨੂੰ, ਲੋਕਾਈ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਕਿਸ ਤਰੀਕੇ ਦੇ ਨਾਲ, ਜਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਸ ਤਰੀਕੇ ਦੇ ਨਾਲ
ਇਸ ਵਹਿਮਾਂ ਭਰਮਾਂ ਦੀ ਦਲ ਦੇ ਵਿੱਚੋਂ ਘਸੀਟਿਆ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦਾ ਚਿੱਤਰਨ ਕਰਦੇ ਹਾਂ ਕਿ ਲੋਕਾਈ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣ ਦੇ ਲਈ ਇਸੇ ਦਿਨ ਦੁਨੀਆ ਦੇ ਉੱਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਧਰਤੀ ਦੀ ਪੁਕਾਰ ਸੁਣ ਕਰਕੇ ਪ੍ਰਕਾਸ਼ਿਤ ਹੁੰਦੇ ਨੇ। ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ ਪਾਵਨ ਪ੍ਰਕਾਸ਼ 3 ਵਿਸਾਖ 15 ਅਪ੍ਰੈਲ 1469 ਈਸਵੀ ਨੂੰ ਹੁੰਦਾ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਦੀ ਬਾਬਤ ਅਸੀਂ ਭਾਈ ਗੁਰਦਾਸ ਜੀ ਦੀ ਵਾਰ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਆਖਦੇ ਨੇ ਕਿ ਮਿੱਟੀ ਧੁੰਦ ਜਗ ਚਾਨਣ ਹੋਵਾ, ਭਾਵ ਕਿ ਜਿਸ ਵਕਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਦੁਨੀਆ ਦੇ ਵਿੱਚ ਨਹੀਂ ਆਏ, ਉਸ ਵਕਤ ਇਸ ਤਰੀਕੇ ਦਾ ਹਾਲ ਜਾਂ ਮਾਹੌਲ ਸੀਗਾ, ਵਾਤਾਵਰਨ ਸੀਗਾ ਕਿ ਚਾਰ ਸਫੇਰੇ ਹੀ ਪਾਪ ਪੁੰਨ ਬਹੁਤਾਤ ਹੀ ਧੁੰਦ ਦੀ ਤਰ੍ਹਾਂ ਛਾਇਆ ਹੋਇਆ ਸੀ। ਤੇ ਭਾਈ ਸਾਹਿਬ ਜੀ ਦੱਸਦੇ ਆ, ਜਿਉਂ ਕਰ ਸੂਰਜ ਨਿਕਲਿਆ, ਕਿ ਉਸ ਵਕਤ ਇਵੇਂ ਦਾ ਪ੍ਰਕਾਸ਼ ਹੋਇਆ, ਇਸ ਇਵੇਂ ਦਾ ਗਿਆਨ ਦਾ ਉਜਾਲਾ ਜਾਂ ਗਿਆਨ ਦੀ ਰੋਸ਼ਨੀ ਚਮਕੀ, ਜਿਵੇਂ ਕਿ ਆਮ ਹੀ ਬਹੁਤਾਤ ਹਨੇਰੇ ਦੇ ਵਿੱਚ ਸੂਰਜ ਚੜ੍ਹਦਾ ਹੈ ਤਾਂ ਹਰ ਇੱਕ ਕੋਨਾ ਕੋਨਾ ਚਾਨਣ ਦੀ ਮਹਿਕ ਦੇ ਨਾਲ, ਚਾਨਣ ਦੇ ਨਾਲ ਰੋਸ਼ਨਾਇਆ ਜਾਂਦਾ ਹੈ। ਸੋ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਵੀ ਇਸ ਲੋਕਾਈ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਨ ਦੇ ਲਈ ਇਸ ਧਰਤੀ ਦੇ ਉੱਪਰ ਵਿਸਾਖੀ ਵਾਲੇ ਦਿਨ ਹੀ ਪ੍ਰਕਾਸ਼ਿਤ ਹੁੰਦੇ ਨੇ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਦੇ ਅਨੁਸਾਰ ਹੀ ਉਹ ਜੋ ਮਹੀਨਾ ਜਾਂ ਉਹ ਦਿਨ ਹੈ, ਉਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ ਘਰ ਬਣ ਗਿਆ ਹੈ। ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਦੇ ਨਾਲ ਹੀ ਘਰ ਘਰ ਵਿੱਚ ਕੀਰਤਨ ਹੋਣ ਲੱਗਾ ਹੈ। ਹਰ ਇੱਕ ਘਰ ਦੇ ਵਿੱਚ ਸਤ ਸੰਗਤ ਜੁੜਨ ਲੱਗੀ ਹੈ। ਘਰ ਘਰ ਵਿੱਚ ਧਰਮਸਾਲ ਦੇ ਰੂਪ ਵਿੱਚ ਲੋਕ ਇਕੱਠੇ ਹੋਣ ਲੱਗੇ ਨੇ। ਆਪ ਜੀ ਪੜ੍ਹਦੇ ਹੋਵੋਗੇ ਭਾਈ ਸਾਹਿਬ ਜੀ ਮੁਬਾਰਕ ਬਚਨ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਭਾਵ ਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਇਸ ਸਮੁੱਚੀ ਹੀ ਕਾਇਨਾਤ ਦੀ ਪਰਿਕਰਮਾ ਦੇ ਲਈ, ਉਦਾਸੀਆਂ ਦੇ ਲਈ ਨਿਕਲਦੇ ਨੇ, ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ ਕਨਸੈਪਟ ਹੀ ਇਹ ਸੀਗਾ ਕਿ ਹਰ ਇੱਕ ਘਰ ਦੇ ਵਿੱਚੋਂ ਰੱਬੀ ਇਲਾਹੀ ਪਾਵਨ ਬਾਣੀ ਦੀ ਆਵਾਜ਼ ਆਵੇ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਪਾਵਨ ਪ੍ਰਕਾਸ਼ ਦੇ ਅਨੁਸਾਰ ਇਹ ਜੋ ਵਹਿਮਾਂ ਤੇ ਭਰਮਾਂ ਦੀ ਦਲਦਲ ਦੇ ਅੰਦਰ ਲੋਕਾਈ ਧਸਦੀ ਜਾ ਰਹੀ ਸੀ, ਉਸ ਧਸਦੀ ਜਾ ਰਹੀ ਲੋਕਾਈ ਨੂੰ ਕਿਨਾਰਾ ਮਿਲਿਆ ਹੈ। ਸੋ ਸਿੱਖ ਧਰਮ ਦੇ ਅੰਦਰ ਵਿਸਾਖੀ ਦਾ ਪਹਿਲਾ ਮੇਲਾ, ਭਾਵ ਕਿ ਪਹਿਲਾ ਇਕੱਠ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਕਰਦੇ ਨੇ, ਜੋ ਕਿ ਨਾਲ ਭਾਈ ਡੱਲੇ ਨੂੰ ਲੈਂਦੇ ਨੇ, ਜੋ ਕਿ ਭਾਈ ਡੱਲਾ ਹੀ ਇਸੇ ਹੀ ਵਸਨੀਕ ਦੇ ਅਨੁਸਾਰ ਉੱਥੋਂ ਦੇ ਵਸੋਂ ਨੇ। ਭਾਈ ਡੱਲਾ ਜੀ ਤੇ ਭਾਈ ਪਾਲੋ ਪਰਮਹੰਸ ਜੀ, ਜਿਨ੍ਹਾਂ ਨੇ ਇਹ ਰਾਬਤਾ ਕਾਇਮ ਕੀਤਾ ਹੈ ਗੁਰੂ ਸਾਹਿਬਾਨ ਜੀਆਂ ਦੇ ਪਾਵਨ ਉਪਦੇਸ਼ ਦੇ ਮੁਤਾਬਕ ਕਿ ਪਹਿਲੀ ਵਾਰ ਵਿਸਾਖੀ ਦਾ ਇਕੱਠ ਗੋਇੰਦਵਾਲ ਸਾਹਿਬ ਵਿਖੇ ਕੀਤਾ ਗਿਆ ਹੈ। ਇਸ ਤੋਂ ਉਪਰੰਤ ਜੋ ਵਿਸਾਖੀ ਦਾ ਇਕੱਠ ਹੈ ਉਹ ਕੀਰਤਪੁਰ ਸਾਹਿਬ, ਫਿਰ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ, ਔਰ ਨਾਲ ਦੀ ਨਾਲ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਇਹ ਇਕੱਠ ਆਦਿਕ ਹੋਣੇ ਸ਼ੁਰੂ ਹੋਏ ਨੇ। ਵਿਸਾਖੀ ਦੇ ਸੰਬੰਧ ਵਿੱਚ ਖਾਲਸਾ ਪੰਥ ਜੋ ਹੈ ਉਸ ਦਾ ਜਨਮ ਵੀ 1699 ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਆਨੰਦਪੁਰ ਦੀ ਧਰਤੀ ਦੇ ਉੱਪਰ ਹੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਪ੍ਰਗਟ ਕੀਤਾ ਹੈ। ਸੋ ਆਪ ਸਮੁੱਚੀ ਸੰਗਤ ਇਹ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਸਮੁੱਚੀ ਹੀ ਸੰਗਤ ਦੇ ਇਕੱਠ ਵਿੱਚ ਸਿੱਖਾਂ ਨੂੰ ਪਾਵਨ ਸੱਚ ਦਾ ਉਪਦੇਸ਼ ਸਮਝਾਉਂਦਿਆਂ ਹੋਇਆਂ ਜਾਗਰਿਤ ਕੀਤਾ ਹੈ। ਤੇ ਆਪ ਇਹ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੀ ਪੁਕਾਰ ਦੇ ਉੱਪਰ ਪੰਜ ਪਿਆਰੇ ਸਾਹਿਬਾਨ ਖੜੇ ਹੁੰਦੇ ਨੇ, ਤੇ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੀ ਹਜ਼ੂਰੀ ਦੇ ਅੰਦਰ ਇਹ ਜੋ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਤੋਂ ਉਪਰੰਤ ਪੰਜ ਪਿਆਰੇ ਸਹਿਬਾਨ ਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਪੰਜ ਪਿਆਰਿਆਂ ਦਾ ਖਿਤਾਬ ਹਾਸਲ ਕਰਦੇ ਨੇ। ਨਾਲ ਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ
ਪਹਿਲਾਂ ਤਾਂ ਕਦੇ ਇਵੇਂ ਦਾ ਕਾਰਾ ਨਹੀਂ ਹੋਇਆ। ਤਾਂ ਪਿਆਰਿਓ ਸੱਚ ਹੀ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਇਸ ਤਰ੍ਹਾਂ ਦਾ ਇਤਿਹਾਸ ਰਚ ਦਿੱਤਾ ਹੈ ਕਿ ਜੈਸਾ ਇਤਿਹਾਸ ਅੱਜ ਤੱਕ ਨਾ ਕੋਈ ਰਚ ਸਕਿਆ ਹੈ ਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਰਚ ਸਕੇਗਾ। ਸੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੀ ਪੁਕਾਰ ਦੇ ਉੱਪਰ ਪੰਜ ਪਿਆਰੇ ਸਾਹਿਬਾਨ ਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ। ਦੇਖੋ ਪਿਆਰਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਇਸ ਖਾਲਸਾ ਪੰਥ ਦੀ ਨੀਂਹ ਪੰਜ ਗੁਣਾਂ ਦੇ ਉੱਪਰ ਰੱਖੀ ਹੈ। ਤਾਂ ਸਭ ਤੋਂ ਪਹਿਲਾਂ ਜੋ ਗੁਰੂ ਜੀ ਦੀ ਸ਼ਰਨ ਵਿੱਚ ਸੀਸ ਮੰਗਣ ਦੇ ਉਪਰੰਤ ਹਾਜ਼ਰ ਹੁੰਦੇ ਨੇ, ਤਾਂ ਅਸੀਂ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਭਾਈ ਦਇਆ ਜੀ ਹਾਜ਼ਰ ਹੁੰਦੇ ਨੇ। ਤਾਂ ਜਿਵੇਂ ਹੀ ਭਾਈ ਦਇਆ ਜੀ ਦੇ ਨਾਮ ਤੋਂ ਅਸੀਂ ਜਾਣੂ ਹੁੰਦੇ ਹਾਂ, ਉਸੇ ਵਕਤ ਸਾਡੇ ਮਨ ਵਿੱਚ ਇਹ ਵਿਚਾਰਧਾਰਾ ਪ੍ਰਪੱਕ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਸਿੱਖ ਧਰਮ ਦਾ ਜੋ ਅਹਿਮ ਗੁਣ ਹੈ, ਸਿੱਖ ਪੰਥ ਦਾ ਜੋ ਅਹਿਮ ਗੁਣ ਹੈ, ਉਹ ਹੈ ਜੀਵਨ ਦੇ ਅੰਦਰ ਹਰ ਇੱਕ ਦੇ ਪ੍ਰਤੀ ਦਇਆ ਜਿਹੜੀ ਹੈ ਉਹ ਧਾਰਨ ਕਰ ਲੈਣੀ। ਭਾਵ ਕਿ ਕਿਸੇ ਵੀ ਰਾਜਸੀ ਪੱਧਰ ਦਾ, ਆਰਥਿਕ ਪੱਖ ਦਾ, ਸਰੀਰਕ ਪੱਖ ਦਾ ਕੋਈ ਮਾਣ ਹੰਕਾਰ ਨਹੀਂ ਹੋਣਾ ਚਾਹੀਦਾ, ਬਲਕਿ ਹਰ ਇੱਕ ਦੇ ਸੰਬੰਧ ਵਿੱਚ ਆਪਣਾ ਮਨ ਨੀਵਾਂ ਕਰਕੇ ਹੀ ਫਿਰ ਇਸ ਦਇਆ ਦਾ ਗੁਣ ਧਾਰਨ ਕੀਤਾ ਜਾ ਸਕਦਾ। ਇਸ ਕਰਕੇ ਜਿਵੇਂ ਹੀ ਭਾਈ ਦਇਆ ਸਿੰਘ ਜੀ ਗੁਰੂ ਜੀ ਦੇ ਸਾਹਮਣੇ ਪ੍ਰਗਟ ਹੁੰਦੇ ਨੇ, ਤੇ ਇਸੇ ਹੀ ਉਪਰੰਤ ਫਿਰ ਜਦੋਂ ਗੁਰੂ ਸਾਹਿਬਾਨ ਜੀ ਭਾਈ ਦਇਆ ਸਿੰਘ ਜੀ ਤੋਂ ਉਪਰੰਤ ਆਵਾਜ਼ ਦਿੰਦੇ, ਹੁਕਮ ਕਰਦੇ ਨੇ ਬੁਲੰਦ, ਤਾਂ ਫਿਰ ਉਸ ਸਮੇਂ ਦੇ ਅੰਦਰ ਭਾਈ ਧਰਮਚੰਦ ਜੀ ਆਉਂਦੇ ਨੇ। ਤਾਂ ਪਿਆਰਿਓ, ਜਿਵੇਂ ਭਾਈ ਧਰਮਚੰਦ ਜੀ ਆਉਂਦੇ ਨੇ, ਤਾਂ ਫਿਰ ਸਭ ਤੋਂ ਪਹਿਲਾਂ ਜਿਸ ਦੇ ਜੀਵਨ ਅੰਦਰ ਵਿਚਾਰਧਾਰਾ ਪ੍ਰਪੱਕ ਹੋ ਜਾਵੇ ਕਿ ਦਇਆ ਵਾਲਾ ਗੁਣ ਸਿਰਮੌਰ ਹੈ, ਉਹੀ ਦਇਆ ਦੇ ਕਾਰਨ ਧਰਮ ਦੇ ਸੰਬੰਧ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ। ਉਹਦਾ ਹੀ ਕਦਮ ਬਾ ਕਦਮ ਧਰਮ ਦੇ ਪੱਖ ਵਿੱਚ, ਧਰਮ ਦੇ ਪੱਖ ਵਿੱਚ ਦ੍ਰਿੜ ਹੋਣ ਦੇ ਲਈ ਕਦਮ ਬ ਕਦਮ ਅੱਗੇ ਵਧੇਗਾ। ਜਿਵੇਂ ਹੀ ਭਾਈ ਸਾਹਿਬ ਭਾਈ ਪਿਆਰੇ ਧਰਮ ਸਿੰਘ ਜੀ ਅੱਗੇ ਆਉਂਦੇ ਨੇ, ਉਪਰੰਤ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦੇ ਨੇ ਭਾਈ ਹਿੰਮਤ ਸਿੰਘ ਜੀ। ਤਾਂ ਖਿਆਲ ਕਰਿਓ, ਜਿੱਥੇ ਧਰਮ ਦੀ ਗੱਲ ਹੋਵੇਗੀ ਉੱਥੇ ਇਸ ਧਰਮ ਦੇ ਸੰਬੰਧ ਵਿੱਚ ਅੱਗੇ ਵਧਣ ਦੇ ਸੰਬੰਧ ਵਿੱਚ ਜਾਂ ਕਦਮ ਬ ਕਦਮ ਵਧਾਉਣ ਦੇ ਲਈ ਹਿੰਮਤ ਤੇ ਉਦਮ ਉਪਰਾਲਾ ਬਹੁਤ ਜ਼ਰੂਰੀ ਹੈ। ਇਸ ਲਈ ਤਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਨੂੰ ਦੱਸਦੇ ਹੈ ਕਿ ਭਲਕੇ ਉਦਮ ਕਰੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਕਿ ਜਿੱਥੇ ਗੁਰੂ ਦਾ ਸਿੱਖ ਪਹਿਲਾ ਗੁਣ ਇਹ ਧਾਰਨ ਕਰਦਾ ਹੈ ਕਿ ਉਹ ਰੱਬ ਜੀ ਦੇ ਨਾਮ ਦੇ ਨਾਲ ਜੁੜੇ। ਗੁਰੂ ਸਾਹਿਬਾਨ ਜੀ ਆਖਦੇ, ਗੁਰ ਸਤ ਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਪਿਆਰਿਓ, ਉਹੀ ਅੰਮ੍ਰਿਤ ਸਰ ਨਾਵੈ ਤੋਂ ਭਾਵ ਹੈ ਕਿ ਪੰਜ ਬਾਣੀਆਂ ਦੇ ਅੰਮ੍ਰਿਤਮਈ ਸਰੋਵਰ ਦੇ ਵਿੱਚ ਇਸ਼ਨਾਨ ਕਰੇ। ਸੋ ਇਸ ਕਾਰਨ ਸਤਿਗੁਰੂ ਦੱਸ ਰਹੇ ਨੇ ਕਿ ਸਿੱਖ ਪੰਥ ਦੇ ਅੰਦਰ ਦਾ, ਸਿੱਖ ਧਰਮ ਦੇ ਅੰਦਰ ਤੀਸਰਾ ਗੁਣ ਹਿੰਮਤ ਬਹੁਤ ਜ਼ਰੂਰੀ ਹੈ। ਤੇ ਚੌਥੇ ਨੰਬਰ ਤੇ ਜਦੋਂ ਭਾਈ ਸਾਹਿਬ ਜੀ ਆਉਂਦੇ ਨੇ, ਤਾਂ ਫਿਰ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਆਉਂਦੇ ਨੇ। ਮੋਹਕਮ ਤੋਂ ਭਾਵ ਹੈ ਕਿ ਦੁਨਿਆਵੀ ਮੋਹ ਜਿਹੜਾ ਹੈ ਉਹ ਸਿੱਖ ਦੇ ਅੰਦਰ ਜਮਾ ਹੀ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਮੋਹ ਕੰਮ ਭਾਵ ਕਿ ਦੁਨਿਆਵੀ ਪੱਖ ਦਾ ਜੋ ਮੋਹ ਹੈ ਨਾ, ਉਹ ਸਿੱਖ ਦੇ ਅੰਦਰ ਬਿਲਕੁਲ ਨਹੀਂ ਹੋਣਾ ਚਾਹੀਦਾ। ਜਿਵੇਂ ਜਿਵੇਂ ਇਸ ਮੋਹ ਦੇ ਉੱਪਰ ਕੰਟਰੋਲ ਹੋ ਰਿਹਾ, ਇਤਨਾ ਕੰਟਰੋਲ ਹੋਵੇ ਕਿ ਦੁਨਿਆਵੀ ਪੱਖ ਦਾ ਮੋਹ ਜਿਹੜਾ ਖਤਮ ਹੋ ਜਾਵੇ। ਤਾਂ ਹੀ ਤਾਂ ਸਤਿਗੁਰੂ ਰੋਜ਼ਾਨਾ ਸਾਨੂੰ ਸਮਝਾਉਂਦੇ ਨੇ, ਆਪ ਜੀ ਜਪਦੇ ਹੋਵੋਗੇ ਸਤਿਗੁਰਾਂ ਦੀ ਮੁਬਾਰਕ ਬਾਣੀ, ਤਾਂ ਸਤਿਗੁਰੂ ਆਖਦੇ ਸਿੱਖ ਦਾ ਜੀਵਨ ਇਸ ਤਰ੍ਹਾਂ ਦਾ ਨਾ ਹੋਵੇ ਕਿ ਸਹਿਸ ਖਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਛੈ ਪਾਵੈ, ਅਨਿਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੈ, ਖਪ ਖਪ ਮਰੈ। ਸੋ ਪਿਆਰਿਓ, ਜਿਸ ਕਿਸੇ ਦੇ ਜੀਵਨ ਦੇ ਅੰਦਰ ਇਹ ਮੋਹ ਨੂੰ ਘਟਾਉਣ ਵਾਲਾ ਗੁਣ ਪ੍ਰਾਪਤ ਹੋ ਜਾਵੇ, ਫਿਰ
ਉਹੀ ਪੰਜਵੇਂ ਨੰਬਰ ਤੇ ਸਾਹੀ ਬਣਦਾ। ਤਾਂ ਹੀ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਵੈ ਪ੍ਰਗਟਿਓ ਪੁਰਖ ਅਗੰਮੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਬੋਧ ਚੇਲਾ। ਦੇਖੋ ਇੱਥੇ ਇੱਕ ਅਜ਼ਬ ਤੇ ਵਿਲੱਖਣ ਰੀਤ ਚਲਾਈ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਗੁਰੂ ਦੇ ਰੂਪ ਵਿੱਚ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ, ਜੀਵਨ ਦਾ ਸੁਚੱਜ ਬਖਸ਼ਿਸ਼ ਕਰਦੇ ਆ, ਸਿੱਖ ਮਰਿਆਦਾ ਦੇ ਅਨੁਸਾਰ ਜਿਉਣ ਦੀ ਜਾਚ ਦੱਸਦੇ ਆ, ਆਤਮਿਕ ਜੀਵਨ ਬਣਾਉਂਦੇ ਆ ਤੇ ਉਪਰੰਤ ਸਤਿਗੁਰੂ ਆਪ ਹੀ ਸਿੱਖਾਂ ਨੂੰ ਗੁਰੂ ਦੀ ਪਦਵੀ ਬਖਸ਼ਿਸ਼ ਕਰਕੇ ਸਿੱਖਾਂ ਦੇ ਅੱਗੇ ਹੱਥ ਜੋੜ ਕੇ ਅੰਮ੍ਰਿਤ ਦੀ ਆਮ ਜਦੋਂ ਅਸੀਂ ਵਿਚਰਦੇ ਹਾਂ, ਕਿਸੇ ਨੂੰ ਵੀ ਅੰਮ੍ਰਿਤ ਛਕਣ ਦੇ ਬਾਰੇ ਪ੍ਰੇਰਿਤ ਕਰਦੇ ਹਾਂ ਤਾਂ ਆਮ ਹੀ ਕਈ ਵਾਰ ਲੋਕ ਇਸ ਅੰਮ੍ਰਿਤ ਛਕਣ ਵਾਲੀ ਵਿਚਾਰਧਾਰਾ ਨੂੰ ਨਾ ਸਵੀਕਾਰ ਕਰਦਿਆਂ ਹੋਇਆਂ ਬਹੁਤਾਤ ਮਨ ਦੇ ਵਿੱਚ ਸਵਾਲ ਪੈਦਾ ਕਰਦੇ ਆ। ਮਨ ਦੇ ਅੰਦਰ ਸਵਾਲਾਂ ਦੇ ਕਾਰਨ ਉਹੀ ਚਰਚਾ ਦਾ ਵਿਸ਼ਾ ਬਣਦੇ ਨੇ ਤੇ ਉਹੀ ਚਰਚਾ ਦਾ ਵਿਸ਼ਾ ਫਿਰ ਬਹਿਸ ਵਿੱਚ ਬਦਲ ਜਾਂਦਾ। ਪਰ ਗੁਰੂ ਸਾਹਿਬਾਨ ਜੀਆਂ ਦੀ ਵਿਚਾਰਧਾਰਾ ਅਨੁਸਾਰ ਸਾਨੂੰ ਸਮਝਣਾ ਪਵੇਗਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਅਹਿਸਾਸ ਕਰਦੇ ਨੇ ਕਿ ਬੇਸ਼ੱਕ ਮੈਂ ਗੁਰੂ ਹੁੰਦਿਆਂ ਹੋਇਆ ਵੀ ਪੰਥ ਗੁਰੂ ਦੇ ਅੱਗੇ ਝੁਕਣਾ ਹੈ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਫਿਰ ਆਪਣਾ ਜੀਵਨ ਸੰਵਾਰਨਾ ਹੈ, ਤਾਂ ਫਿਰ ਆਮ ਬੰਦਾ ਕੀ ਹੈ? ਖਿਆਲ ਕਰਿਓ, ਕਈ ਵਾਰ ਜਦੋਂ ਕੋਈ ਵੀ ਹਿੰਦੂ ਮਤ ਦਾ ਵੀਰ ਕਿਤੇ ਕਿਸੇ ਪ੍ਰਕਾਰ ਦੀ ਅਣਗਹਿਲੀ ਕਰਦਾ ਹੈ ਤਾਂ ਸਿੱਖ ਕੌਮ ਦੇ ਨੁਮਾਇੰਦੇ ਬਹੁਤਾਤ ਹੀ ਭੜਕ ਉੱਠਦੇ ਨੇ। ਉਹਨਾਂ ਦੀ ਵਿਚਾਰ ਕੀ ਹੁੰਦੀ ਹੈ ਕਿ ਜੇਕਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੁਹਾਡੀ ਧੋਤੀ ਦੇ ਲਈ, ਤੁਹਾਡੀ ਬੋਧੀ ਦੇ ਲਈ ਆਪਣਾ ਬਲੀਦਾਨ ਨਾ ਦਿੰਦੇ, ਆਪਣਾ ਸੀਸ ਕੁਰਬਾਨ ਨਾ ਕਰਦੇ ਤਾਂ ਤੁਹਾਡੀ ਧੋਤੀ ਨਹੀਂ ਸੀ ਰਹਿਣੀ। ਤੁਸੀਂ ਤਾਂ ਅਹਿਸਾਨ ਫਰਾਮੋਸ਼ ਹੋ ਗਏ ਹੋ। ਤਾਂ ਖਿਆਲ ਕਰਿਓ, ਜੇਕਰ ਉਹ ਲੋਕ ਅਹਿਸਾਨ ਫਰਾਮਾਸ਼ ਹੋ ਬੈਠੇ ਨੇ ਤਾਂ ਅਸੀਂ ਕਿਹੜੇ ਉਹਨਾਂ ਤੋਂ ਘੱਟ ਹਾਂ। ਦੇਖੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੂੰ ਇੱਕ ਸਵਾਲ ਕਰਦੇ ਆ ਪੰਜ ਪਿਆਰੇ ਸਾਹਿਬਾਨ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬੀੜ ਆਸਣ ਦੇ ਵਿੱਚ ਬੈਠ ਕਰਕੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗ ਰਹੇ ਨੇ ਨਾ, ਉਸ ਵਕਤ ਭਾਈ ਸਾਹਿਬ ਭਾਈ ਦਇਆ ਜੀ ਗੁਰੂ ਸਾਹਿਬ ਜੀ ਤੋਂ ਸਵਾਲ ਕਰਦੇ ਆ ਕਿ ਸਤਿਗੁਰੂ, ਅਸੀਂ ਤਾਂ ਇਹ ਅੰਮ੍ਰਿਤ ਦੀ ਦਾਤ ਆਪਣਾ ਸੀਸ ਵਾਰ ਕੇ ਪ੍ਰਾਪਤ ਕੀਤੀ ਹੈ, ਪਰ ਤੁਸੀਂ ਅੰਮ੍ਰਿਤ ਦੀ ਦਾਤ ਦੀ ਪ੍ਰਾਪਤੀ ਦੇ ਲਈ ਕੀ ਕੁਰਬਾਨ ਕਰੋਗੇ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ, ਤੁਸੀਂ ਇੱਕ ਸੀਸ ਕੁਰਬਾਨ ਕੀਤਾ, ਮੈਂ ਆਪਣਾ ਸਰਬੰਸ ਹੀ ਵਾਰ ਦਿਆਂਗਾ। ਤੇ ਪਿਆਰਿਓ, ਵਾਰਿਆ ਵੀ ਹੈ, ਕੇਵਲ ਆਖਿਆ ਨਹੀਂ, ਵਾਰਿਆ ਵੀ ਹੈ। ਤਾਂ ਹੀ ਤਾਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਜਦੋਂ ਗੁਰੂ ਮਾਤਾਵਾਂ ਗੁਰੂ ਜੀ ਤੋਂ ਸਵਾਲ ਕਰਦੀਆਂ ਨੇ ਕਿ ਅੱਜ ਮੇਰੇ ਲਾਜ ਦੁਲਾਰੇ ਕਿਧਰੇ ਨਜ਼ਰ ਨਹੀਂ ਆ ਰਹੇ, ਮੇਰੇ ਲਾਡਲੇ ਪੁੱਤ ਕਿੱਥੇ ਨੇ, ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਸਾਡੇ ਸਾਰਿਆਂ ਦੀ ਤਰਫ ਪਾਵਨ ਹੱਥ ਕਰਕੇ ਆਖਿਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ। ਤਾਂ ਖਿਆਲ ਕਰਿਓ, ਗੁਰੂ ਸਾਹਿਬਾਨ ਜੀਆਂ ਨੇ ਸਾਡੀ ਇਸ ਸਰਦਾਰੀ ਦੇ ਲਈ ਆਪਣੇ ਚਾਰ ਲੱਥੇ ਜਿਗਰ ਦੇ ਟੁਕੜੇ ਵਾਰ ਦਿੱਤੇ ਆ। ਤਾਂ ਫਿਰ ਅਹਿਸਾਨ ਫਰਾਮੋਸ਼ ਕੌਣ ਹੈ? ਅਸੀਂ ਹਾਂ ਜਾਂ ਕੋਈ ਹੋਰ ਹੈ? ਅੱਜ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਵਰਗਾ ਲਾਸਾਨੀ ਕਿਤੇ ਵੀ ਲੱਭ ਨਹੀਂ ਸਕੇ, ਨਾ ਸਾਨੂੰ ਅੱਜ ਤੱਕ ਕੋਈ ਨਜ਼ਰ ਆਇਆ ਤੇ ਨਾ ਕੋਈ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਵਾਲਾ ਨਜ਼ਰ ਆਏਗਾ। ਪਰ ਫਿਰ ਵੀ ਸਾਡੀ ਵਿਚਾਰਧਾਰਾ ਦੇ ਅੰਦਰ ਇਹ ਵਿਚਾਰਧਾਰਾ ਫਿੱਟ ਨਹੀਂ ਬੈਠ ਰਹੀ। ਫਿਰ ਵੀ ਅਸੀਂ ਅੰਮ੍ਰਿਤ ਛਕਣ ਦੇ ਲਈ ਤਿਆਰ ਨਹੀਂ, ਫਿਰ ਵੀ ਅਸੀਂ ਨਿਤਨੇਮ ਦੀਆਂ ਪਾਵਨ ਬਾਣੀਆਂ ਦੇ ਨਾਲ ਜੁੜਨ ਦੇ ਲਈ ਤਿਆਰ ਨਹੀਂ। ਆਮ ਜਦੋਂ ਅਸੀਂ ਕਿਸੇ ਨੂੰ ਵੀ ਪੁੱਛੀਏ ਕਿ ਭਾਈ ਤੂੰ ਨਿਤਨੇਮ ਕਰਦਾ ਹੈ, ਭੈਣੇ ਤੂੰ ਨਿਤਨੇਮ ਕਰਦੀ ਹੈ, ਤਾਂ ਉਹਨਾਂ ਦੇ ਵੱਲੋਂ ਕੇਵਲ ਇੱਕ ਹੀ ਜਵਾਬ ਮਿਲਦਾ ਹੈ, ਮੁਸਕਰਾ ਕੇ ਹੱਸ ਕੇ, ਕਿ ਮੇਰੇ ਕੋਲ ਸਮਾਂ ਨਹੀਂ ਹੈ, ਮੇਰੇ ਕੋਲ ਟਾਈਮ ਨਹੀਂ ਹੈ ਨਿਤਨੇਮ ਦਾ। ਤਾਂ ਪਿਆਰਿਓ,
ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਨਿਤਨੇਮ ਦੇ ਸਮੇਂ ਨੂੰ ਇਤਿਹਾਸਕ ਸਰੋਤਾਂ ਦੇ ਵਿੱਚੋਂ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਕਿੰਨੀ ਵੱਡੀ ਸਿੱਖਿਆ ਸਾਨੂੰ ਇਤਿਹਾਸਕ ਸਰੋਤਾਂ ਦੇ ਲਈ ਇਹ ਪਾਵਨ ਸਾਡੇ ਲਈ ਨਕਸ਼ ਕਦਮ ਕੀਤੀ ਹੋਈ ਹੈ ਕਿ ਅਸੀਂ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ। ਜਿਵੇਂ ਕਿ ਆਮ ਦਸੰਬਰ ਦੇ ਮਹੀਨੇ ਦੇ ਅੰਦਰ ਅਸੀਂ ਕਦੇ ਵੀ ਸਰਸਾ ਨਦੀ ਦਾ ਕਿਨਾਰਾ ਨਹੀਂ ਭੁੱਲ ਪਾਉਂਦੇ। ਸਾਰੇ ਇਤਿਹਾਸ ਨੂੰ ਦੁਹਰਾਉਂਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ ਤੇ ਇਤਿਹਾਸਕ ਦੌਰਿਆਂ ਨੂੰ ਸੁਣਦਿਆਂ ਪੜ੍ਹਦਿਆਂ ਲੂਈ ਕੰਡੇ ਖੜੇ ਹੋ ਜਾਂਦੇ ਆ ਕਿ ਜਿਸ ਵਕਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਮੁੱਚੀ ਹੀ ਸਿੱਖਾਂ ਦੀ ਟੁਕੜੀ ਦੇ ਨਾਲ, ਮਾਤਾਵਾਂ ਦੇ ਨਾਲ, ਗੁਰੂ ਕੇ 4 ਫਰਜ਼ੰਦਾਂ ਦੇ ਨਾਲ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚਦੇ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ, ਤਾਂ ਉਸ ਵਕਤ ਸਤਿਗੁਰਾਂ ਨੂੰ ਖਬਰ ਪਹੁੰਚਦੀ ਹੈ ਕਿ ਸਾਹਿਬ ਪਿੱਛੇ ਤੋਂ ਪਹਾੜੀ ਫੌਜਾਂ ਨੇ ਹਮਲਾ ਕਰ ਦਿੱਤਾ ਹੈ। ਤੇ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਕਿ ਉਹ ਸਮਾਂ ਅੰਮ੍ਰਿਤ ਵੇਲੇ ਦਾ ਸੀਗਾ। ਉਹ ਸਮਾਂ ਵੀ ਅੰਮ੍ਰਿਤ ਵੇਲੇ ਦਾ ਸੀ। ਉਹ ਸਮਾਂ ਸੀ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਦਾ। ਉਹ ਸਮਾਂ ਸੀ ਆਸਾ ਦੀ ਵਾਰ ਦਾ। ਤਾਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੇਖੋ ਕਿਵੇਂ ਨਾ ਆਪਣੀ ਜਾਨ ਦੀ ਪਰਵਾਹ ਕਰਦਿਆਂ, ਨਾ ਪਹਾੜੀ ਰਾਜਿਆਂ ਦੀ ਪਰਵਾਹ ਕਰਦਿਆਂ, ਫੌਜਾਂ ਦੀ ਪਰਵਾਹ ਕਰਦਿਆਂ ਭਾਈ ਦਇਆ ਸਿੰਘ ਜੀ ਨੂੰ ਪੁੱਛਦੇ, ਪਿਆਰੇ ਭਾਈ ਦਇਆ ਸਿੰਘ ਜੀ, ਆਪਣੇ ਕੋਲ ਕੁੱਲ ਕਿੰਨੇ ਸਿੱਖ ਨੇ ਇਸ ਸਮੇਂ? ਤੇ ਭਾਈ ਦਇਆ ਸਿੰਘ ਜੀ ਦੱਸਦੇ ਕਿ ਸਤਿਗੁਰੂ ਤਕਰੀਬਨ ਕੋਈ 500 ਦੇ ਕਰੀਬ ਸਿੱਖ ਹੋਣਗੇ। ਤੇ ਸਾਹਿਬ ਆਖਣ ਲੱਗੇ, ਭਾਈ ਦਇਆ ਸਿੰਘ ਜੀ ਹੁਕਮ ਕਰਦੇ ਉਹ ਸਿੱਖਾਂ ਦੇ ਅੰਦਰ ਕਿ 250 ਸਿੱਖ ਸ਼ਮਸ਼ੀਰਾਂ ਨੂੰ ਬੇਮਿਆਨ ਕਰਕੇ ਇੱਕ ਲੰਬੀ ਕਤਾਰ ਦੇ ਵਿੱਚ ਖੜਾ ਹੋ ਜਾਵੇ। ਤਾਂ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸਤਿਗੁਰੂ ਕਾਹਦੇ ਵਾਸਤੇ? ਤੇ ਫਿਰ ਸਾਹਿਬ ਆਖਣ ਲੱਗੇ, ਪਿੱਛੇ ਤੋਂ ਜੋ ਪਹਾੜੀ ਫੌਜਾਂ ਆ ਰਹੀਆਂ ਨੇ ਉਹਨਾਂ ਦੇ ਟੱਕਰੇ ਦੇ ਲਈ। ਤਾਂ ਦੂਸਰਾ ਸਤਿਗੁਰੂ ਹੁਕਮ ਕਰਦੇ ਆ ਕਿ ਪਿਆਰੇ ਭਾਈ ਦਇਆ ਸਿੰਘ ਜੀ, ਬਾਕੀ ਦੇ ਜੋ 250 ਸਿੱਖ ਬਚੇ ਨੇ ਉਹਨਾਂ ਨੂੰ ਕਹਿ ਦਿਓ ਕਿ ਆਓ ਆਸਾ ਦੀ ਵਾਰ ਦਾ ਆਪਾਂ ਕੀਰਤਨ ਕਰੀਏ। ਤੇ ਅੱਲਾ यार खां जी कहने, जप जी का जाप जिस घड़ी करना जो जरूर था, पढ़ के ग्रंथ को बढ़ाना जरूर था। जोगी जी कहने वो समा सीगा गुरु गोबिंद सिंह पातशाह जियां दे लई कि एक पासे ਤਾਂ ਪਹਾੜੀ ਫੌਜਾਂ ਚੜ ਕੇ ਆ ਰਹੀਆਂ ਨੇ ਤੇ ਦੂਜੇ ਪਾਸੇ ਅੰਮ੍ਰਿਤ ਵੇਲਾ ਹੈ, ਜਪਜੀ ਸਾਹਿਬ ਦੇ ਨਾਲ ਜੁੜਨ ਦਾ ਸਮਾਂ ਹੈ। ਤਾਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਹੁਕਮ ਦੀ ਤਾਕੀਦ ਕੀਤੀ ਗਈ, ਤਾਲੀਮ ਕੀਤੀ ਗਈ ਹੈ। ਤਾਂ ਭਾਈ ਦਇਆ ਸਿੰਘ ਜੀ ਗੁਰੂ ਜੀ ਦਾ ਹੁਕਮ ਸਿੱਖਾਂ ਦੇ ਅੰਦਰ ਸ਼੍ਰਵਣ ਕਰਾਉਂਦੇ ਨੇ ਤੇ 250 ਸਿੱਖ ਆਪਣੀ ਸ਼ਮਸ਼ੀਰ ਬੇਮਿਆਨ ਕਰਕੇ ਤਾਂ ਤਿਆਰ ਬਰਤਿਆਰ ਹੋ ਜਾਂਦਾ ਹੈ। ਤੇ 250 ਸਿੱਖ ਆਸਾ ਦੀ ਵਾਰ ਦੇ ਨਾਲ ਜੁੜਦਿਆਂ ਗਾਇਨ ਕਰਦੇ ਨੇ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਹ ਸੱਚ ਹੈ। ਉਹ ਗਾਇਨ ਕਰਦੇ ਨੇ, ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਸਮੇਂ ਅਸੀਂ ਜਦੋਂ ਇਤਿਹਾਸਕ ਲੰਮਿਆਂ ਨੂੰ ਘੋਖਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਕਿਵੇਂ ਗੁਰੂ ਸਾਹਿਬਾਨ ਜੀਆਂ ਨੇ ਸਾਨੂੰ ਪਾਵਨ ਬਾਣੀਆਂ ਦਾ ਨਿਤਨੇਮ ਸਹਿਜ ਪਾਠ ਜਪਜੀ ਸਾਹਿਬ ਦੇ ਨਾਲ ਜੋੜਨਾ ਕੀਤਾ। ਤਾਂ ਪਿਆਰਿਓ, ਇੱਥੋਂ ਹੀ ਸਾਨੂੰ ਇਹ ਜੋ ਨਿਤਨੇਮ ਦੀ ਦਾਤ ਨਸੀਬ ਹੁੰਦੀ ਹੈ ਜਦੋਂ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਹਜ਼ੂਰੀ ਵਿੱਚ। ਪਰ ਮਾਫ ਕਰਨਾ, ਅੱਜ ਤਾਂ ਇਸ ਦੁਨੀਆ ਦੇ ਅੰਦਰ ਬਹੁਤਾਤ ਲੋਕ ਐਸੇ ਨੇ ਜਿਹੜੇ ਨਾਮ ਵੀ ਦੇਣਾ ਆਰੰਭ ਕਰ ਦਿੱਤਾ, ਜਿਹੜੇ ਆਵਾਜ਼ਾਂ ਦਿੰਦੇ ਪਏ ਨੇ ਕਿ ਆਓ ਸਾਡੇ ਡੇਰੇ ਦੇ ਵਿੱਚ ਤੁਹਾਨੂੰ ਅਸੀਂ ਇੰਨੇ ਸ਼ਬਦ ਦਿੰਦੇ ਹਾਂ, ਤੁਹਾਡੇ ਕੰਨਾਂ ਵਿੱਚ ਫੂਕਾਂ ਮਾਰਦੇ ਹਾਂ, ਪਰ ਉਹ ਸ਼ਬਦ ਤੁਸੀਂ ਕਿਸੇ ਨੂੰ ਨਾ ਦੱਸਿਓ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹ ਨਹੀਂ ਕਹਿੰਦੇ ਕਿ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਹਜ਼ੂਰੀ ਵਿੱਚੋਂ ਲਿਆ ਹੋਇਆ ਸ਼ਬਦ ਕਿਸੇ ਨੂੰ ਦੱਸਣਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ।
बाणी ता गावो गुरु केरी, बाणिया सिर बाणी। जिनको नदर कर्म होगा, हृदय तिना समानी, पीवो अमृत सदा रहो हार रंग, जपियो सारंग पानी। ਸੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੀ ਸ਼ਰਨ ਦੇ ਵਿੱਚ ਹੀ ਅੱਜ ਦੇ ਦਿਨ ਇਹ ਸਮੁੱਚੀ ਦਾਤ ਜੋ ਹੈ ਸਮੁੱਚੇ ਖਾਲਸੇ ਨੂੰ ਨਸੀਬ ਹੋਈ ਹੈ। ਇੰਜ ਕਹਿ ਲੋ ਕਿ ਖਾਲਸੇ ਦਾ ਜਨਮ ਦਿਨ ਹੈ ਅੱਜ, ਖਾਲਸੇ ਦਾ ਪ੍ਰਗਟ ਦਿਵਸ ਹੈ ਅੱਜ। ਸੋ ਗੁਰੂ ਪਿਆਰਿਓ, ਅਸੀਂ ਸਾਰੇ ਹੀ ਇੱਕ ਦੂਸਰੇ ਨੂੰ ਮਿਲ ਕਰਕੇ ਇਸ ਦਿਨ ਦੀਆਂ, ਇਸ ਦਿਵਸ ਦੀਆਂ, ਇਸ ਦਿਹਾੜੇ ਦੀਆਂ ਮੁਬਾਰਕਾਂ ਕਰੀਏ। ਆਮ ਤਾਂ ਗੁਰੂ ਪਿਆਰਿਓ ਜਦੋਂ ਕਿਤੇ ਵੀ ਨਵਾਂ ਸਾਲ ਆਉਣ ਵਾਲਾ ਹੈ, ਉਹ ਵੀ ਅੰਗਰੇਜ਼ਾਂ ਦੀ ਜੰਤਰੀ ਦੇ ਮੁਤਾਬਕ, ਉਸ ਵਕਤ ਤਾਂ ਤਕਰੀਬਨ ਮਹੀਨਾ ਪਹਿਲਾਂ ਹੀ ਅਸੀਂ WhatsApp ਦੇ ਉੱਪਰ ਜਾਂ Facebook ਦੇ ਉੱਪਰ ਇੱਕ ਦੂਸਰੇ ਨੂੰ ਇਹ ਮੈਸੇਜ ਧੜਾ ਧੜ ਜਿਹੜੇ ਸੈਂਡ ਕਰਨੇ ਆਰੰਭ ਕਰਦੇ। ਪਰ ਕੀ ਇਹ ਖਾਲਸਾ ਪ੍ਰਗਟ ਦਿਵਸ ਦੀਆਂ ਵਧਾਈਆਂ ਅਸੀਂ ਨਾ ਲੈਣੀਆਂ ਤੇ ਨਾ ਦੇਣੀਆਂ? ਇਹੀ ਤਾਂ ਅਸਲੀਅਤ ਦੇ ਵਿੱਚ ਖਾਲਸੇ ਦਾ ਪ੍ਰਗਟ ਦਿਵਸ ਹੈ। ਇਸੇ ਕਰਕੇ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਕਿ ਖਾਲਸਾ ਮੈਂ ਪ੍ਰਗਟ ਨਹੀਂ ਕੀਤਾ। ਇਹ ਖਾਲਸਾ ਕਿਹਦੇ ਹੁਕਮ ਦੇ ਨਾਲ ਪ੍ਰਗਟ ਹੋਇਆ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਉਸ ਪਰਮਾਤਮਾ ਦੇ ਰੱਬ ਜੀ ਦੀ ਮਰਜ਼ੀ ਦੇ ਨਾਲ ਗੁਰੂ ਜੀ ਦੇ ਦੁਆਰਾ ਜਾਂ ਉਸ ਮਾਲਕ ਨੇ ਗੁਰੂ ਦੇ ਰੂਪ ਵਿੱਚ ਆ ਕਰਕੇ ਖਾਲਸਾ ਪ੍ਰਗਟ ਕੀਤਾ ਹੈ ਪਿਆਰਿਓ। ਇਸੇ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਖਾਲਸਾ ਮੇਰਾ ਨਹੀਂ ਹੈ। ਤਾਂ ਹੀ ਤਾਂ ਸਤਿਗੁਰੂ ਆਖਣ ਲੱਗੇ ਕਿ ਖਾਲਸੇ ਦੇ ਵਿੱਚ ਨਾ ਮੈਂ ਆਉਂਦਾ ਹਾਂ ਤੇ ਨਾ ਹੋਰ ਕੋਈ ਹੈ। ਖਾਲਸਾ ਕਿਸ ਦਾ ਹੈ? ਸਾਹਿਬ ਜੀ ਦੀ ਮੁਬਾਰਕ ਅਸੀਂ ਫਤਿਹ ਦੀ ਸਾਂਝ ਕਰਦੇ ਹਾਂ, ਰਹਿਮਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਕਿ ਜਿਸ ਫਤਿਹ ਨੂੰ ਖਾਲਸੇ ਨੇ ਪ੍ਰਾਪਤ ਕਰਨਾ ਹੈ, ਉਹ ਫਤਿਹ ਵੀ ਪਰਮਾਤਮਾ ਤੋਂ ਹੀ ਨਸੀਬ ਹੋਣੀ ਹੈ। ਤੇ ਜਿਸ ਖਾਲਸੇ ਨੇ ਫਤਿਹ ਪ੍ਰਾਪਤ ਕਰਨੀ ਹੈ, ਉਹ ਖਾਲਸਾ ਵੀ ਕਿਸੇ ਦੇ ਨਾਲ ਲਿੰਕ ਨਹੀਂ ਰੱਖਦਾ। ਉਹ ਖਾਲਸਾ ਵੀ ਸਿੱਧਾ ਅਕਾਲ ਪੁਰਖ ਦਾ ਖਾਲਸਾ ਹੈ, ਰੱਬ ਜੀ ਦੇ ਨਾਲ ਜੁੜਿਆ ਹੋਇਆ ਖਾਲਸਾ ਹੈ। ਇਹ ਖਾਲਸੇ ਦੇ ਅੰਦਰ ਪਿਓਰਿਟੀ ਹੈ, ਇਹ ਖਾਲਸੇ ਦੇ ਅੰਦਰ ਸ਼ੁੱਧਤਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हूं करो निवास, खालसो मेरो सतगुरा, खालसा मेरो सतगुर पूरा। सतगुरु मेहर ਕਰਨ ਅਸੀਂ ਆਪਣੇ ਜੀਵਨ ਦੇ ਅੰਦਰ ਸੱਚਮੁੱਚ ਹੀ ਖਾਲਸਾਈ ਸਰੂਪ ਧਾਰਨ ਕਰੀਏ, ਕਿਉਂਕਿ ਗੁਰੂ ਸਾਹਿਬਾਨ ਜੀਆਂ ਨੇ ਤਾਂ ਸਪਸ਼ਟ ਕੀਤਾ ਹੈ ਕਿ ਸੋ ਸਿੱਖ ਸਖਾ ਬੰਦ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੁੱਟਾ ਖਾਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ ਹੈ ਤੇ ਆਖਿਆ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਦਾ ਚੇਰਾ। ਜੋ ਗੁਰੂ ਸਾਹਿਬਾਨ ਜੀਆਂ ਦੇ ਦੁਆਰਾ ਦ੍ਰਿੜ ਕਰਵਾਈ ਹੋਈ ਰਹਿਤ ਨੂੰ ਕਮਾਉਂਦਾ, ਸਤਿਗੁਰੂ ਕਹਿੰਦੇ ਉਹ ਮੇਰਾ ਸਿੱਖ ਹੈ। ਤੇ ਫਿਰ ਉਹ ਸਿੱਖ ਸਿੱਖ ਨਹੀਂ ਹੈ, ਉਹ ਮੇਰਾ ਮਾਲਕ ਹੈ ਤੇ ਮੈਂ ਉਸ ਦਾ ਚਿੱਲਾ ਹਾਂ, ਮੈਂ ਉਸ ਦਾ ਸਿੱਖ ਹਾਂ। ਤਾਂ ਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ। ਇਸੇ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਿਹਰਾਮਤ ਕਰਦੇ ਨੇ ਕਿ ਅਸਲੀਅਤ ਵਿੱਚ ਗੁਰੂ ਸਾਹਿਬਾਨ ਜੀ ਹੀ ਸਾਨੂੰ ਇਸ ਸਰਦਾਰ ਦੀ ਬਖਸ਼ਿਸ਼ ਕਰਦੇ। ਇੱਕ ਬਹੁਤਾਤ ਸੋਹਣੇ ਲਫ਼ਜ਼ ਆਮ ਸਾਨੂੰ ਇਤਿਹਾਸਕ ਸਰੋਤਾਂ ਵਿੱਚੋਂ ਪੜ੍ਹਨ ਨੂੰ ਮਿਲਦੇ ਨੇ ਕਿ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ तो सुन्नत होती सब। ਇਹ ਸੱਚ ਹੈ ਪਿਆਰਿਓ ਕਿ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨਾ ਹੁੰਦੇ ਤਾਂ ਅੱਜ ਕੋਈ ਵੀ ਸਰਕਾਰ ਨਜ਼ਰ ਨਹੀਂ ਆਉਂਦਾ। ਅੱਜ ਇਸ ਧਰਮੀ ਦੇ ਇਸ ਧਰਤੀ ਦੇ ਉੱਪਰ ਇਸਲਾਮ ਧਰਮ ਦਾ ਹੀ ਬੋਲਬਾਲਾ ਹੋਣਾ ਸੀਗਾ। ਇਸ ਕਰਕੇ ਸਤਿਗੁਰੂ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੀ ਇਹ ਦਿੱਤੀ ਹੋਈ ਦੇਣ ਨੂੰ ਅਸੀਂ ਕਦੇ ਵਿਸਾਰੀਏ ਨਾ, ਕਦੇ ਭੁੱਲੀਏ ਨਾ, ਬਲਕਿ ਅਸੀਂ ਆਪਣੇ ਆਪ ਨੂੰ ਖਾਲਸਾਈ ਜ਼ਾਹੋ ਜਲਾਲ ਦੇ ਵਿੱਚ ਰੰਗਣਾ ਕਰੀਏ। ਕਿਉਂਕਿ ਸਤਿਗੁਰੂ ਆਖਦੇ ਨੇ, ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਤਾ। ਸਾਹਿਬ ਆਖਦੇ ਨੇ ਕਿ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਤ ਹੈ ਸੂਰਾ ਆਪਨ ਜਿਨੈ ਸਕਲ ਵਸ ਤਾਕੈ, ਜਾਂ ਕਾ ਸਤਿਗੁਰ ਪੂਰਾ। ਭਾਈ ਜਿਹੜਾ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਾ ਸਮਰਪਿਤ ਕਰੇਗਾ, ਗੁਰੂ ਜੀ ਦੀ ਵਿਚਾਰਧਾਰਾ ਅਨੁਸਾਰ ਆਪਣਾ ਜੀਵਨ ਬਤੀਤ ਕਰੇਗਾ, ਤੇ ਉਹੀ ਆਪੇ ਤੇ ਕੰਟਰੋਲ ਕਰੇਗਾ। ਉਹੀ ਆਪਣੀਆਂ ਅੱਖਾਂ ਨੂੰ ਸਮਝਾਏਗਾ, ਇਹ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਉਹੀ ਆਪਣੇ ਕੰਨਾਂ ਨੂੰ ਆਖੇਗਾ, ਇਹ ਸ਼੍ਰਵਣੋ ਮੇਰਿਓ ਸੱਚਾ ਸੁਣੈ ਨੋ ਪਠਾਏ, ਸੱਚਾ ਸੁਣੈ ਨੋ ਪਠਾਏ, ਸਰੀਰ ਲਾਇ ਸੁਣੋ ਸਤ ਬਾਣੀ। ਤਾਂ ਫਿਰ ਪਿਆਰਿਓ ਉਹੀ ਆਪਣੀ ਜ਼ੁਬਾਨ ਨੂੰ ਆਖੇਗਾ, ਇਹ ਰਸਨਾ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਈ ਪੱਲੇ ਪੀਏ, ਹਰ ਰਸ ਬਹੁ ਨ ਤ੍ਰਿਸ਼ਨਾ ਲਾਗੇ ਆਏ, ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੈ, ਜਾ ਹਰ ਵਸੈ ਮਨ ਆਏ। ਇੱਕ ਛੋਟੀ ਜਿਹੀ ਘਟਨਾ ਕਹਿ ਕੇ ਫਿਰ ਮੈਂ ਸਮਾਪਤੀ ਕਰਾਂਗਾ ਕਿ ਆਪ ਜੀਆਂ ਨੇ ਭਗਤ ਕਬੀਰ ਸਾਹਿਬਾਨ ਜੀਆਂ ਦੀ ਇਲਾਹੀ ਬਾਣੀ ਨੂੰ ਬਹੁਤ ਪੜ੍ਹਿਆ ਹੋਵੇ, ਤੇ ਭਗਤ ਫਰੀਦ ਸਾਹਿਬਾਨ ਜੀਆਂ ਦੇ ਜੀਵਨ ਦੀ ਇੱਕ ਘਟਨਾ ਹੈ ਕਿ ਭਗਤ ਫਰੀਦ ਸਾਹਿਬਾਨ ਜੀ ਉਮਰ ਦੇ ਵਿੱਚ ਬਹੁਤ ਛੋਟੇ ਸਨ, ਬਚਪਨ ਦੀ ਉਮਰ ਦੇ ਵਿੱਚ ਸਨ, ਤੇ ਜਿਸ ਵਕਤ ਮਾਂ ਦੇ ਮਨ ਦੇ ਵਿੱਚ ਹਸਰਤ ਜਾਗੀ ਹੈ ਕਿ ਮੇਰਾ ਪੁੱਤ ਬੰਦਗੀ ਕਰੇ, ਮੇਰਾ ਪੁੱਤ ਅੱਲਾ ਪਰਵਰਦਗਾਰ ਦੀ ਨਿਵਾਸ ਅਦਾ ਕਰੇ, ਤਾਂ ਮਾਂ ਨੇ ਆਪਣੇ ਪੁੱਤਰ ਭਗਤ ਫਰੀਦ ਸਾਹਿਬਾਨ ਜੀਆਂ ਨੂੰ ਆਖਿਆ ਕਰਨਾ ਕਿ ਪੁੱਤ ਤੂੰ ਅੱਲਾ ਦੀ ਨਿਵਾਸ ਅਦਾ ਕਰਿਆ ਕਰ। ਤਾਂ ਭਗਤ ਫਰੀਦ ਸਾਹਿਬਾਨ ਜੀ ਆਮ ਹੀ ਬੱਚਿਆਂ ਵਾਲਾ ਸੁਭਾਅ ਸੀ, ਜਿਵੇਂ ਅੱਜ ਕੱਲ੍ਹ ਬੱਚੇ ਕਰਦੇ ਨੇ। ਸਤਿਗੁਰਾਂ ਨੇ ਸਾਨੂੰ ਦੱਸਿਆ ਹੈ ਕਿ ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨ ਪੁੱਛੈ ਜਾਤ। ਜਦੋਂ ਬੱਚਾ ਪੰਜਵੀਂ ਸਟੇਜ ਦੇ ਵਿੱਚ ਪਹੁੰਚਦਾ ਹੈ ਤਾਂ ਉਹਨੂੰ ਖਾਣ ਪੀਣ ਤੋਂ ਸਿਵਾਏ ਕੁਝ ਨਹੀਂ ਸੁਝਦਾ। ਸੋ ਇਸੇ ਹੀ ਅਵਸਥਾ ਦੇ ਵਿੱਚ ਉਸ ਵਕਤ ਭਗਤ ਫਰੀਦ ਸਾਹਿਬਾਨ ਜੀ ਸਨ, ਤੇ ਭਗਤ ਫਰੀਦ ਸਾਹਿਬਾਨ ਜੀਆਂ ਨੇ ਮਾਂ ਤੋਂ ਸਵਾਲ ਕੀਤਾ, ਮਾਂ ਮੰਨ ਲਓ ਜੇਕਰ ਮੈਂ ਅੱਲਾ ਪਰਵਰਦਗਾਰ ਦੀ ਬੰਦਗੀ ਕਰਾਂ, ਨਿਵਾਸ ਅਦਾ ਕਰਾਂ, ਤਾਂ ਫਿਰ ਮੈਨੂੰ ਅੱਲਾ ਪਰਵਰਦਗਾਰ ਕੀ ਦੇਣਗੇ। ਤਾਂ ਮਾਂ ਬੜੀ ਸਿਆਣਪ ਦੇ ਨਾਲ ਭਰੀ ਸੀ। ਮਾਂ ਆਖਣ ਲੱਗੀ ਹੈ, ਪੁੱਤ ਅੱਲਾ ਤੈਨੂੰ ਬਹੁਤ ਮਿੱਠੀਆਂ ਮਿੱਠੀਆਂ ਵਸਤੂਆਂ ਦੇਣਗੇ ਖਾਣ ਵਾਸਤੇ, ਤੂੰ ਜੋ ਮੰਗੇਗਾ ਤੈਨੂੰ ਉਹੀ ਦੇਣਗੇ। ਤੇ ਹਰ ਇੱਕ ਮਾਂ ਨੂੰ ਪਤਾ ਹੁੰਦਾ ਹੈ ਮੇਰੀ ਪੁੱਤਰ ਮੇਰੇ ਧੀ ਦੀ ਡਿਮਾਂਡ ਕੀ ਹੈ, ਮੇਰੇ ਪੁੱਤ ਜਾਂ ਮੇਰੀ ਧੀ ਦੀ ਫੇਵਰੇਟ ਕਿਹੜੀ ਚੀਜ਼ ਹੈ। ਇਸੇ ਤਰ੍ਹਾਂ ਉਹ ਮਾਂ ਵੀ ਜਾਣਦੀ ਸੀ। ਤੇ ਅਗਲੀ ਸਵੇਰ ਜਦੋਂ ਭਗਤ ਫਰੀਦ ਸਾਹਿਬਾਨ ਖੇਡਦਿਆਂ ਪਰਵਤਗਾਰ ਦੀ ਨਿਵਾਸ ਅਦਾ ਕਰਨ ਦੇ ਲਈ ਆਏ ਨੇ, ਤਾਂ ਮਾਂ ਨੇ ਇੱਕ ਕੱਪੜੇ ਦੇ ਵਿੱਚ ਥੋੜੀ ਸ਼ੱਕਰ ਬੰਨ ਕੇ ਰੱਖ ਦਿੱਤੀ ਹੈ। ਸ਼ੱਕਰ ਬੰਨ ਕੇ ਮੁਸ਼ੱਲੇ ਦੇ ਹੇਠਾਂ ਰੱਖ ਦਿੱਤੀ, ਮੁਸ਼ੱਲਾ ਵਿਛਾ ਦਿੱਤਾ ਹੈ। ਤੇ ਜਿਵੇਂ ਹੀ ਭਗਤ ਸਾਹਿਬਾਨ ਆਏ ਨੇ, ਨਿਵਾਸ ਅਦਾ ਕਰਦੇ ਪਏ ਨੇ, ਨਿਵਾਸ ਅਦਾ ਤੋਂ ਵੇਲ ਹੋ ਕਰਕੇ ਮੁਸ਼ੱਲਾ ਇਕੱਠਾ ਕਰਕੇ ਸਾਈਡ ਤੇ ਰੱਖਣ ਲੱਗੇ। ਜਿਵੇਂ ਮੁਸ਼ੱਲੇ ਨੂੰ ਇਕੱਠਾ ਕੀਤਾ ਹੈ ਤਾਂ ਉਸ ਮੁਸ਼ੱਲੇ ਦੇ ਹੇਠਾਂ ਇੱਕ ਪੋਟਲੀ ਦੇ ਵਿੱਚ ਬੱਜੀ ਹੋਈ ਸ਼ੱਕਰ ਹੈ, ਪਰ ਭਗਤ ਜੀ ਨਹੀਂ ਜਾਣਦੇ ਕਿ ਸ਼ੱਕਰ ਹੈ। ਭਗਤ ਸਾਹਿਬਾਨ ਮਾਂ ਨੂੰ ਆਖਣ ਲੱਗੇ, ਮਾਂ ਇਹ ਕੀ ਹੈ। ਤੇ ਮਾਂ ਆਖਣ ਲੱਗੀ, ਪੁੱਤ ਤੂੰ ਪੁੱਛਦਾ ਸੈਨਾ ਕਿ ਜੇ ਮੈਂ ਅੱਲਾ ਦੀ ਨਿਵਾਸ ਅਦਾ ਕਰਾਂਗਾ ਤਾਂ ਅੱਲਾ ਮੈਨੂੰ ਕੀ ਦੇਵੇਗਾ। ਤਾਂ ਪੁੱਤ ਤੂੰ ਨਿਵਾਸ ਅਦਾ ਕੀਤੀ ਏ, ਇਹ ਤੈਨੂੰ ਅੱਲਾ ਪਰਵਰਦਗਾਰ ਨੇ ਕੁਝ ਦਿੱਤਾ ਹੈ। ਤੇ ਜਿਵੇਂ ਪੋਟਲੀ ਨੂੰ ਖੁੱਲਿਆ ਜਾਂਦਾ, ਭਗਤ ਫਰੀਦ ਸਾਹਿਬਾਨ ਚੱਖਦੇ ਨੇ ਤਾਂ ਭਗਤ ਫਰੀਦ ਸਾਹਿਬਾਨ ਜੀਆਂ ਨੂੰ ਸ਼ੱਕਰ ਬਹੁਤ ਮਿਠਾਸ ਭਰੀ ਮਹਿਸੂਸ ਹੁੰਦੀ ਹੈ ਤੇ ਬਹੁਤ ਹੀ ਉਸ ਮਿਠਾਸ ਨੂੰ ਮਾਣਦੇ ਆ ਤੇ ਬਹੁਤ ਸੰਚਿਤ ਹੋ ਜਾਂਦੇ ਨੇ। ਤੇ ਭਗਤ ਸਾਹਿਬਾਨ ਆਖਣ ਲੱਗੇ, ਮਾਂ ਤੂੰ ਸੱਚ ਹੀ ਆਖਦੀ ਸੀ ਕਿ ਅੱਲਾ ਪਰਵਰਦਗਾਰ ਬਹੁਤ ਖਾਣ ਵਾਸਤੇ ਦਿੰਦੇ ਆ, ਸੋਹਣੀਆਂ ਵਸਤੂਆਂ ਦਿੰਦੇ ਆ,
ਤੇ ਹੁਣ ਮੈਂ ਰੋਜ਼ਾਨਾ ਹੀ ਉਸ ਅੱਲਾ ਪਰਵਦਗਾਰ ਦੀ ਨਿਵਾਸ ਅਦਾ ਕਰਿਆ ਕਰਾਂਗਾ। ਤੇ ਭਗਤ ਫਰੀਦ ਸਾਹਿਬਾਨ ਜੀ ਫਿਰ ਇਸੇ ਹੀ ਆਪਣੇ ਨਿਤ ਕਰਮਾਂ ਦੇ ਅਨੁਸਾਰ, ਨਿਤਨੇਮ ਦੇ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ 5 ਵਕਤ ਦੀ ਨਿਵਾਸ ਅਦਾ ਕਰਨ ਦੇ ਆਦੀ ਹੋ ਗਏ। ਤੇ ਵੀਰ ਤਕਰੀਬਨ 36 ਕੁ ਸਾਲਾਂ ਤੋਂ ਉਪਰੰਤ ਵਾਪਸੀ ਘਰ ਵਿੱਚ ਭਗਤ ਸਾਹਿਬਾਨ ਕਰਦੇ। ਤੇ ਉਸ ਵਕਤ ਭਗਤ ਸਾਹਿਬਾਨ ਜੀ ਦੀ ਮਾਤਾ ਅੱਗੇ ਪਿੱਛੇ ਇਹ ਮਿੱਠੀਆਂ ਵਸਤੂਆਂ ਲੈ ਕਰਕੇ ਘੁੰਮਦੇ ਨੇ। ਕਈ ਦਿਨ ਬਤੀਤ ਹੋ ਗਏ ਨੇ, ਭਗਤ ਸਾਹਿਬਾਨ ਜੀਆਂ ਨੇ ਇਹਨਾਂ ਮਿੱਠੀਆਂ ਵਸਤੂਆਂ ਵੱਲ ਮੂੰਹ ਨਹੀਂ ਕੀਤਾ। ਤੇ ਮਾਤਾ ਬਹੁਤ ਹੀ ਮਾਯੂਸ ਹੋ ਜਾਂਦੇ ਆ ਕਿ ਇੱਕ ਪੁੱਤ ਦਾ ਸਮਾਂ ਸੀ, ਪੁੱਤ ਮੰਗਿਆ ਕਰਦਾ ਸੀ, ਮਾਂ ਮੈਨੂੰ ਸ਼ੱਕਰ ਚਾਹੀਦੀ, ਮੈਨੂੰ ਖੰਡ ਚਾਹੀਦੀ, ਮੈਨੂੰ ਸ਼ਹਿਦ ਚਾਹੀਦਾ ਹੈ। ਤੇ ਅੱਜ ਪੁੱਤ ਦੇ ਸਾਰਾ ਕੁਝ ਮਗਰ ਹੈ, ਪੁੱਤ ਕੁਝ ਖਾਂਦਾ ਹੀ ਨਹੀਂ ਹੈ। ਤੇ ਭਗਤ ਸਾਹਿਬਾਨ ਜੀ ਭਗਤ ਸਾਹਿਬਾਨ ਜੀ ਦੇ ਮਾਤਾ ਜੀ ਆਖਣ ਲੱਗੇ ਹੈ ਕਿ ਮਾਤਾ ਜੀ ਆਖਣ ਲੱਗੇ, ਪੁੱਤ ਤੂੰ ਕੁਝ ਛਕਦਾ ਕਿਉਂ ਨਹੀਂ, ਖਾਂਦਾ ਕਿਉਂ ਨਹੀਂ, ਮੇਰੇ ਕੋਲ ਕੋਈ ਗੁਸਤਾਖੀ ਹੋ ਗਈ ਹੈ। ਤਾਂ ਫਿਰ ਭਗਤ ਸਾਹਿਬਾਨ ਜੀ ਆਖਣ ਲੱਗੇ, ਨਹੀਂ ਮਾਂ, ਅਸਲੀਅਤ ਵਿੱਚ ਜੋ ਤੂੰ ਮੈਨੂੰ ਬਚਪਨ ਤੋਂ ਜਿਸ ਲਗਨ ਦੇ ਵਿੱਚ ਲਾਇਆ ਸੀ, ਮੈਂ ਉਸ ਦਾ ਅਹਿਸਾਸ ਕੀਤਾ ਹੈ। ਤਾਂ ਕੀ ਅਹਿਸਾਸ ਕੀਤਾ? ਫਿਰ ਭਗਤ ਸਾਹਿਬਾਨ ਜੀ ਆਖਣ ਲੱਗੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਫਿਰ ਭਗਤ ਸਾਹਿਬਾਨ ਇਸ ਮੁਕਾਮ ਦੇ ਉੱਪਰ ਪਹੁੰਚ ਗਏ ਨੇ ਕਿ ਸਾਰੀਆਂ ਵਸਤੂਆਂ ਜਿਹੜੀਆਂ ਨੇ ਮਿੱਠੀਆਂ ਜ਼ਰੂਰ ਨੇ, ਪਰ ਇਹ ਰੱਬ ਤੱਕ ਨਹੀਂ ਪਹੁੰਚਾ ਸਕਦੀਆਂ। ਮੈਂ ਆਪ ਸਮੁੱਚੀ ਸੰਗਤ ਦੇ ਅੱਗੇ ਬੇਨਤੀ ਕਰਾਂਗਾ ਕਿ ਆਪ ਵੀ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਥੋੜਾ ਥੋੜਾ ਲਾਲਚ ਦੇ ਕਰਕੇ ਜਪਜੀ ਸਾਹਿਬ ਦੇ ਨਾਲ ਜੋੜਨਾ ਕਰੋ। ਥੋੜਾ ਥੋੜਾ ਲਾਲਚ ਦੇ ਕਰਕੇ ਗੁਰ ਮੰਤਰ, ਮੂਲ ਮੰਤਰ ਦੇ ਨਾਲ ਜੋੜਨਾ ਕਰੋ। ਤੇ ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਇਹ ਪਾਵਨ ਬਾਣੀ ਦਾ ਰਹੱਸ ਪੱਕ ਜਾਏਗਾ। ਫਿਰ ਅਸੀਂ ਗੁਰੂ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਇਸ ਭਾਵਨਾ ਦੇ ਨਾਲ ਜੀਵਨ ਬਤੀਤ ਕਰਾਂਗੇ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਬ ਤੱਕ ਖਾਲਸਾ ਰਹਿ ਨਿਆਰਾ, ਤਬ ਤੇਜ ਦੇਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅਸੀਂ ਖਾਲਸੇ ਵਾਲਾ ਜੀਵਨ ਬਤੀਤ ਕਰੀਏ, ਵਿਪਰਵਾਦੀ ਜੀਵਨ ਨਹੀਂ। ਕਿਉਂਕਿ ਜੇ ਸਤਿਗੁਰਾਂ ਦੀ ਅਸੀਂ ਚਾਹੁੰਦੇ ਹਾਂ ਤਾਂ ਉਹ ਸਾਨੂੰ ਖਾਲਸਾ ਜੀਵਨ ਦੇ ਨਾਲ ਨਸੀਬ ਹੋਣੀ ਹੈ। ਸੋ ਸਤਿਗੁਰੂ ਮਿਹਰ ਕਰਨ, ਆਪ ਸਮੁੱਚੀ ਸੰਗਤ ਨੂੰ ਇੱਕ ਵਾਰ ਫਿਰ ਤੋਂ ਖਾਲਸਾ ਪ੍ਰਗਟ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ। ਸੋ ਵੀਰ ਜੀ ਹੁਣਾਂ ਦੇ ਸਮੁੱਚੇ ਹੀ ਪ੍ਰਬੰਧਕ ਕਮੇਟੀ ਦਾ, ਸਮੁੱਚੀ ਪ੍ਰਬੰਧਕ ਟੀਮ ਦਾ ਬਹੁਤ ਬਹੁਤ ਧੰਨਵਾਦ। ਆਪ ਸਮੁੱਚੀ ਸੰਗਤ ਦਾ ਤਹਿ ਦਿਲੋਂ ਸ਼ੁਕਰਾਨਾ, ਕੋਟਾਨ ਤੋਂ ਸ਼ੁਕਰਾਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ। ਸੋ ਬੇਅੰਤ ਹੋਈਆਂ ਭੁੱਲਾਂ ਦੀ ਖਿਮਾ, ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਜੀ। ਸੋ ਦੇਵੋ ਅਸੀਸ ਬਲਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਭਾਈ ਲਖਵਿੰਦਰ ਸਿੰਘ ਜੀ ਦਾ, ਜੋ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਨਮੁਖ ਹੋਏ, ਬਹੁਤ ਹੀ ਸੋਹਣੇ ਦੇ ਵਿਚਾਰਾਂ ਦੀ ਸਾਂਝ ਪਾਈ। ਮੈਂ ਉਮੀਦ ਕਰਦਾ ਹਾਂ ਕਿ ਦੱਸੇ ਹੋਏ ਵਿਚਾਰਾਂ ਦੀ ਸਾਂਝ ਦਾ ਭਾਵ ਸਭ ਦੇ ਮਨਾਂ ਵਿੱਚ ਵਸ ਗਿਆ ਹੋਵੇਗਾ। ਹੁਣ ਸਾਡੇ ਕੋਲ ਜੀ ਕੁਝ 2 ਐਡਰੈਸ ਲਵਾਂਗੇ, ਜੋ ਕਿ ਇਸ ਵਿਸ਼ੇ ਦੇ ਰਿਲੇਟਡ ਕਿਸੇ ਬੱਚੇ ਦੇ ਸਵਾਲ ਹਨ ਤਾਂ ਉਹ ਭਾਈ ਸਾਹਿਬ ਜੀ ਨੂੰ ਕਰ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਔਰ ਫਤਿਹ ਜੀ। ਸਰ ਤੁਸੀਂ ਜਿਹੜੀ ਫਰੀਦ ਜੀ ਵਾਲੀ ਪੰਕਤੀ ਬੋਲੀ ਸੀ ਉਹ ਦੁਬਾਰਾ ਰਿਪੀਟ ਕਰੋਗੇ? ਹਾਂਜੀ ਜ਼ਰੂਰ ਜੀ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। PPP ਨੰਬਰ 16170 ਪ੍ਰਭਜੋਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਪਹਿਲਾਂ ਮੈਂ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਇਹ ਕੁਐਸਚਨ ਸੀ, ਜਿਹੜਾ ਤੁਸੀਂ ਫਰਮਾਨ ਬੋਲਿਆ ਸੀ ਲਾਲ ਰੰਗ ਤਿਸਕੋ ਲਗਾ, ਉਹ ਬੋਲਿਓ ਦੁਆਰ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ, ਨਾ ਲਾਗੇ ਤਾਕਾ। ਸੋ ਸਭ ਦਾ ਧੰਨਵਾਦ ਜੀ। ਸਮੁੱਚੀ ਟੀਮ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਭਾਈ ਲਖਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਭ ਬੱਚਿਆਂ ਨੂੰ ਨਾ ਇੱਕ ਵੀਡੀਓ ਦਿਖਾਈ ਜਾਊਗੀ
ਤੇ ਉਹ ਵੀਡੀਓ ਸਭ ਨੇ ਧਿਆਨ ਨਾਲ ਦੇਖੀ ਹੈ ਤੇ ਉਹ ਮੈਂ ਵੀਰ ਜੀ ਨੂੰ ਬੇਨਤੀ ਕਰਦਾ ਕਿ ਉਹ ਵੀਡੀਓ ਨੂੰ ਚਾਲੂ ਕੀਤਾ ਜਾਵੇ। ਹੈਲੋ, ਸਤਿ ਸ਼੍ਰੀ ਅਕਾਲ ਬਾਪੂ ਜੀ। ਕੁਲਵੰਤ ਸਿੰਘ ਬੋਲ ਰਿਹਾ ਜੀ, ਨਸ਼ਾ ਛੁਡਾਊ ਕੇਂਦਰ ਤੋਂ। ਬਾਪੂ ਜੀ, ਤੁਹਾਨੂੰ ਅੱਜ ਆਉਣਾ ਪੈਣਾ। ਹਰਮੀਤ ਹੁਣ ਸਾਡੇ ਕੰਟਰੋਲ ਤੋਂ ਬਾਹਰ ਹੈ। ਕਿਰਪਾ ਕਰਕੇ ਤੁਸੀਂ ਉਹਨੂੰ ਇੱਥੋਂ ਲੈ ਜਾਓ ਜੀ। ਹਾਂਜੀ ਮੈਂ ਹੀ ਹਾਂ। ਤੁਸੀਂ ਇਕੱਲੇ ਆਏ ਹੋ? ਹਾਂਜੀ ਸਭ ਠੀਕ ਤਾਂ ਹੈ? ਠੀਕ ਹੈ, ਚਲੋ ਆਓ ਤੁਸੀਂ। ਹਾਂ ਬਈ, ਬਾਬਾ ਜੀ ਤੁਸੀਂ ਇੱਥੇ ਖੜੋ, ਮੈਂ ਹੁਣੇ ਆਇਆ। ਪਰ ਪਾਪਾ ਉਹਦੇ ਮੰਮਾ ਪਾਪਾ ਵੀ ਤੁਹਾਨੂੰ ਅੰਮ੍ਰਿਤ ਛਕਣ ਦੇ ਰਹੇ, ਮੈਂ ਵੀ ਅੰਮ੍ਰਿਤ ਛਕਣਾ ਪਾਪਾ, ਪਲੀਜ਼ ਪਾਪਾ। ਚੁੱਪ ਕਰ, ਇੱਕ ਵਾਰੀ ਕਹੀ ਗੱਲ ਸਮਝ ਨਹੀਂ ਤੈਨੂੰ? ਜਦ ਮੈਂ ਕਹਿਦਾ ਨਹੀਂ ਛਕਣਾ ਦਾ, ਨਾਲੇ ਕੋਈ ਉਮਰ ਨਹੀਂ ਤੇਰੀ ਇਹਨਾਂ ਕੰਮਾਂ ਦੀ, ਨਾਲੇ ਮੇਰਾ ਉੱਠਣਾ ਬੈਠਣਾ ਖਰਾਬ ਕਰੇਗਾ। ਪਾਪਾ ਗੁਰਜੋਤ ਵੀ ਤਾਂ ਜਾ ਰਿਹਾ ਪਾਪਾ, ਮੈਂ ਵੀ ਛਕਣਾ ਅੰਮ੍ਰਿਤ ਪਾਪਾ, ਮੈਂ ਵੀ ਗੁਰੂ ਦੀ ਗੋਦੀ 'ਚ ਪੈਣਾ ਪਾਪਾ। ਇੱਕ ਵਾਰੀ ਕਹੀ ਗੱਲ ਸੁਣਦੀ ਨਹੀਂ ਨਾ ਤੇ ਨਾ ਬਸ। ਅਮੀਤ ਆਇਆ, ਲੇਟ ਹੋ ਜਾਾਂਗੇ। ਪਾਪਾ ਮੈਂ ਅੰਮ੍ਰਿਤ ਛਕਣ ਜਾਣਾ। ਪਾਪਾ ਮੈਂ ਐਸੀ ਖਾ ਤੂੰ ਅਮਰਤ, ਚੱਲ। ਮੈਂ ਅੰਮ੍ਰਿਤ ਛਕਣ ਜਾਣਾ ਪਾਪਾ। ਪਾਪਾ ਕੁੰਡੀ ਖੋਲੋ ਪਾਪਾ। ਜਾਓ ਭੱਜ ਜਾ ਤੂੰ ਹੀ। ਅੱਗੇ ਤੋਂ ਮੇਰੇ ਪੁੱਤਰ ਦੇ ਨੇੜੇ ਤੇ ਨਜ਼ਰ ਆਈ ਤੂੰ। ਕੁੰਡੀ ਖੋਲੋ ਪਾਪਾ, ਮੈਂ ਅੰਮ੍ਰਿਤ ਛਕਣ ਜਾਣਾ ਪਾਪਾ। ਕੁੰਡੀ ਖੋਲੋ, ਕੁੰਡੀ ਖੋਲੋ ਪਾਪਾ, ਮੈਂ ਅੰਮ੍ਰਿਤ ਛਕਣ ਜਾਣਾ ਪਾਪਾ। ਕੁੰਡੀ ਖੋਲੋ। ਕੀ ਦੇਖ ਰਹੇ ਹੋ ਬਾਬਾ ਜੀ? ਕੁਝ ਨਹੀਂ, ਇਸ ਕੁੰਡੀ ਵੱਲ ਦੇਖ ਰਿਹਾ। ਮੇਰੀ ਲਾਈ ਇਸ ਕੁੰਡੀ ਨੇ ਮੇਰੇ ਪੁੱਤਰ ਕੋਲੋਂ ਗੁਰੂ ਦੀ ਗੋਦ ਖੋਲੀ। तो कोई सवाल दे दो बापू, उठा कुटी खोल बापू, उठा कुटी बापू, कुटी खोल। ਜ਼ਿੰਦਗੀ ਦਾ ਹਿਸਾਬ ਕੱਚੀ ਮਿੱਟੀ ਵਾਂਗ ਹੈ। ਇੱਕ ਘੁਮਿਆਰ ਆਪਣੇ ਹੱਥਾਂ ਦੀ ਬਣਾਵਟ ਤੇ ਮਿਹਨਤ ਨਾਲ ਉਸ ਨੂੰ ਬਹੁਤ ਖੂਬਸੂਰਤ ਬਣਾ ਲੈਂਦਾ, ਨਹੀਂ ਤਾਂ ਇਹੀ ਮਿੱਟੀ ਕਈਆਂ ਦੇ ਪੈਰਾਂ ਥੱਲੇ ਰੁਲਦੀ ਹੈ। ਤੁਸੀਂ ਆਪਣੇ ਬੱਚਿਆਂ ਦੇ ਘੁਮਿਆਰ ਹੋ। ਕੱਚੀ ਉਮਰੇ ਪੱਕੀਆਂ ਖੂਬਸੂਰਤ ਇਮਾਰਤਾਂ ਦੀ ਨੀਂਹ ਤੁਸੀਂ ਰੱਖਣੀ ਹੈ। ਹਾਂ, ਲਗਾਉਣੀ ਹੈ ਕੁੰਡੀ, ਗੁਰੂ ਦੇ ਪਿਆਰ ਦੀ ਕੁੰਡੀ। ਆਪਾਂ ਆਪਣੇ ਹੰਕਾਰ ਨੂੰ ਨਾ ਤੋੜਦੇ ਹੋਏ ਕਿਸੇ ਦੂਜੇ ਦਾ ਬੁਰਾ ਕਰ ਦਿੰਦੇ ਹਾਂ ਤਾਂ ਆਪਾਂ ਨੂੰ ਪਹਿਲਾਂ ਤਾਂ ਨਹੀਂ ਪਤਾ ਲੱਗਦਾ, ਪਰ ਉਸ ਦਾ ਹੰਕਾਰ ਉਦੋਂ ਪਤਾ ਲੱਗਦਾ ਹੈ ਜਦੋਂ ਉਹਦੇ ਅੱਖਾਂ ਦੇ ਸਾਹਮਣੇ ਆਉਂਦਾ ਹੈ। ਸੋ ਕੱਲ੍ਹ ਖਾਲਸਾ ਸਾਜਨਾ ਦਿਵਸ ਸਭ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਸੋ ਆਪਾਂ ਉਸ ਅੰਮ੍ਰਿਤ ਦੀ ਵਰਖਾ ਵਿੱਚ ਸਭ ਨੇ ਭਿੱਜਣਾ ਹੈ, ਆਨੰਦ ਲੈਣਾ ਹੈ। ਉਹ ਆਨੰਦ ਗੁਰੂ ਗੋਬਿੰਦ ਸਿੰਘ ਜੀ ਦੇ ਬੇੜੇ ਵਿੱਚ ਆਵੇਗਾ। ਉਸ ਬੇੜੇ ਵਿੱਚ ਆਪਾਂ ਕਿਵੇਂ ਸਵਾਰ ਹੋਣਾ ਹੈ, ਉਸ ਪਰਿਵਾਰ ਵਿੱਚ ਆਪਾਂ ਕਿਵੇਂ ਸ਼ਾਮਲ ਹੋਣਾ ਹੈ। ਸੋ ਸਭ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਦਾਤ ਅੰਮ੍ਰਿਤ ਪਾਨ ਕਰਨਾ ਹੈ। ਤਾਂ ਦੇਖੋ, ਜਦੋਂ ਇਹਦੇ ਵਿੱਚ ਕੋਈ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਵੱਲ ਜਾਂਦਾ ਹੈ ਤਾਂ ਉਸ ਨੂੰ ਚੱਪੂ ਦੀ ਲੋੜ ਪੈਂਦੀ ਹੈ। ਉਹ ਚੱਪੂ ਕਿਉਂ ਮਾਰਦਾ ਹੈ? ਕਿਉਂ ਉਸਨੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਵੱਲ ਜਾਣਾ ਹੈ। ਆਪਾਂ ਵੀ ਇਸ ਬੇੜੇ ਵਿੱਚ ਸਵਾਰ ਹੋ ਕੇ ਚੱਪੂ ਲਗਾਉਣਾ ਹੈ, ਪਰ ਚੱਪੂ ਕਿਹੜਾ ਲਗਾਉਣਾ ਹੈ? ਉਹ ਸਵੇਰ ਵੇਲੇ ਦੇ ਨਿਤਨੇਮ ਦਾ, ਸ਼ਾਮ ਵੇਲੇ ਦੇ ਨਿਤਨੇਮ ਦਾ ਉਹ ਲਗਾਇਆ ਹੈ ਚੱਪੂ ਆਪਾਂ ਨੂੰ ਕਿਹੜੇ ਕਿਨਾਰੇ ਤੱਕ ਲੈ ਜਾਊਗਾ? ਉਹ ਧੁਰ ਕੀ ਬਾਣੀ ਦੇ ਕਿਨਾਰੇ ਤੱਕ ਲੈ ਜਾਊਗਾ। ਤੋ ਸਭ ਨੂੰ ਬੇਨਤੀ ਹੈ ਕਿ ਕਿੰਨੇ ਜਿਹੜੇ ਬੱਚੇ ਪ੍ਰਣ ਕਰਦੇ ਹਨ ਕਿ ਉਹ ਗੁਰੂ ਦੀ ਦਾਤ, ਗੁਰੂ ਦੇ ਬੇੜੇ ਵਿੱਚ ਸਵਾਰ ਹੋਣਗੇ, ਤਾਂ ਸਾਨੂੰ ਵੀ ਖੁਸ਼ੀ ਹੋਊ। ਸਾਡਾ ਲਗਾਏ ਹੋਏ ਕੈਂਪ ਆਪ ਮਨ ਵਿੱਚ ਸਮਝ ਆ ਰਹੇ ਹਨ ਤੇ ਸਾਨੂੰ ਵੀ ਖੁਸ਼ੀ ਹੋਊਗੀ ਵੀ ਸਾਡਾ ਲਗਾਇਆ ਹੋਇਆ ਕੈਂਪ ਸਫਲ ਹੋ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।